ਮੈਂ ਲੱਤ ਤੇ ਲੱਤ ਰੱਖ ਕੇ ਬੈਠਾ ਸੀ। ਮੈਂ ਡੂੰਘੀਆਂ ਸੋਚਾਂ ਦੇ ਵਿੱਚ ਡੁੱਬਿਆ ਹੋਇਆ ਸੀ। ਮੇਰੇ ਇੱਕ ਹੱਥ ਦੇ ਵਿੱਚ ਸਿਰਗੜ ਫੜੀ ਹੋਈ ਸੀ, ਜਿਸ ਦੀ ਰਾਖ ਹੌਲੀ-ਹੌਲੀ ਮੇਰੇ ਹੱਥਾਂ ਤੇ ਡਿੱਗ ਰਹੀ ਸੀ। ਪਰ ਮੈਂ ਆਪਣੀਆਂ ਸੋਚਾਂ ਦੇ ਵਿੱਚ ਡੁੱਬਿਆ ਹੋਇਆ ਸੀ ਕਿ ਮੈਨੂੰ ਮੇਰਾ ਹੱਥ ਮੱਚਣ ਦਾ ਅਹਿਸਾਸ ਵੀ ਨਹੀਂ ਹੋ ਰਿਹਾ ਸੀ। ਦੂਰ ਕਿਤੇ ਸੂਰਜ ਡੁੱਬ ਰਿਹਾ ਸੀ ਅਤੇ ਇਸ ਡੁੱਬਦੇ ਹੋਏ ਸੂਰਜ ਦੇ ਨਾਲ ਮੇਰੇ ਉੱਤੇ ਉਦਾਸੀ ਛਾ ਰਹੀ ਸੀ। ਇਸ ਉਦਾਸੀ ਦੇ ਵਿੱਚ ਡੁੱਬਿਆ ਹੋਇਆ ਮੈਂ ਆਪਣੇ ਆਪ ਨੂੰ ਹੋਰ ਵੀ ਇਕੱਲਾ ਮਹਿਸੂਸ ਕਰ ਰਿਹਾ ਸੀ। ਮੇਰੇ ਸਾਹਮਣੇ ਲੈਪਟਾਪ ਖੁੱਲ੍ਹਾ ਹੋਇਆ ਸੀ, ਜਿਸ ਦੇ ਵਿੱਚ ਇੱਕ ਲੜਕੀ ਦੀ ਤਸਵੀਰ ਚਮਕ ਰਹੀ ਸੀ। ਤਸਵੀਰ ਦੇ ਵਿੱਚ ਉਹ ਲੜਕੀ ਬਹੁਤ ਜ਼ਿਆਦਾ ਦੁਖੀ ਦਿਖ ਰਹੀ ਸੀ। ਹਾਲਾਂਕਿ ਉਸ ਦੀ ਉਮਰ ਦੀਆਂ ਲੜਕੀਆਂ ਦੇ ਚਿਹਰੇ ਤੇ ਜਿਵੇਂ ਖੁਸ਼ੀ ਦੀ ਚਮਕ ਹੋਣੀ ਚਾਹੀਦੀ ਸੀ, ਉੱਥੇ ਇਸ ਲੜਕੀ ਦੇ ਚਿਹਰੇ ਤੇ ਡੂੰਘੀ ਉਦਾਸੀ ਛਾਈ ਹੋਈ ਸੀ, ਜਿਵੇਂ ਦੁਨੀਆ ਦੀਆਂ ਸਾਰੀਆਂ ਪਰੇਸ਼ਾਨੀਆਂ ਉਸਦੇ ਹਿੱਸੇ ਹੀ ਆ ਗਈਆਂ ਹੋਣ। ਮੇਰੀਆਂ ਨਜ਼ਰਾਂ ਉਸ ਲੜਕੀ ਦੀ ਤਸਵੀਰ ਤੇ ਟਿਕੀਆਂ ਰਹੀਆਂ, ਪਰ ਮੇਰੇ ਦਿਲ ਦੇ ਵਿੱਚ ਉਸ ਲੜਕੀ ਦੇ ਲਈ ਕੋਈ ਦਇਆ ਨਹੀਂ ਸੀ, ਬਲਕਿ ਇਸ ਦੇ ਉਲਟ ਮੈਂ ਉਸ ਦੇ ਵੱਲ ਨਫ਼ਰਤ ਭਰੀਆਂ ਨਜ਼ਰਾਂ ਦੇ ਨਾਲ ਦੇਖ ਰਿਹਾ ਸੀ। ਉਸ ਲੜਕੀ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਕਿਤੇ ਦੁਨੀਆ ਦੇ ਵਿੱਚ ਕੋਈ ਅਜਿਹਾ ਇਨਸਾਨ ਹੈ ਜੋ ਉਸ ਨੂੰ ਇੰਨੀ ਜ਼ਿਆਦਾ ਨਫ਼ਰਤ ਦੇ ਨਾਲ ਦੇਖਦਾ ਹੈ, ਉਸ ਨੂੰ ਬਰਬਾਦ ਕਰਨ ਦੀ ਚਾਹਤ ਰੱਖਦਾ ਹੈ। ਉਹ ਤਾਂ ਬਸ ਆਪਣੇ ਹੀ ਦੁੱਖਾਂ ਦੇ ਵਿੱਚ ਗਵਾਚੀ ਬੇਪਰਵਾਹ ਆਪਣੀ ਜ਼ਿੰਦਗੀ ਗੁਜ਼ਾਰ ਰਹੀ ਸੀ। ਮੈਂ ਅਚਾਨਕ ਆਪਣੇ ਖਿਆਲਾਂ ਤੋਂ ਬਾਹਰ ਨਿਕਲਿਆ ਜਦੋਂ ਮੈਂ ਕਿਸੇ ਦੇ ਕਦਮਾਂ ਦੀ ਆਵਾਜ਼ ਸੁਣੀ। ਸਾਹਮਣੇ ਮੇਰਾ ਵਫ਼ਾਦਾਰ ਨੌਕਰ ਰਾਜੂ ਖੜਾ ਸੀ। ਮੈਂ ਜਲਦੀ ਦੇ ਨਾਲ ਲੈਪਟਾਪ ਬੰਦ ਕੀਤਾ ਅਤੇ ਪਿੱਛੇ ਮੁੜ ਕੇ ਆਪਣੀ ਕੁਰਸੀ ਤੇ ਬੈਠ ਗਿਆ। ਉਸ ਸਮੇਂ ਹੀ ਮੈਨੂੰ ਮੇਰੇ ਹੱਥ ਮੱਚਣ ਦਾ ਅਹਿਸਾਸ ਹੋਇਆ। ਸਿਰਗਿੱਟ ਮੱਚ ਕੇ ਮੇਰੀਆਂ ਉਂਗਲਾਂ ਤੱਕ ਪਹੁੰਚ ਚੁੱਕੀ ਸੀ। ਮੈਂ ਜਲਦੀ ਦੇ ਨਾਲ ਸਿਰਗਿੱਟ ਨੂੰ ਐਸ ਟਰੇ ਦੇ ਵਿੱਚ ਸਿੱਟ ਦਿੱਤਾ ਅਤੇ ਰਾਜੂ ਦੇ ਵੱਲ ਦੇਖਣ ਲੱਗਿਆ। ਬੋਲਿਆ, ਰਾਜੂ, ਕੀ ਖਬਰ ਲੈ ਕੇ ਆਏ ਹੋ? ਰਾਜੂ ਨੇ ਸਿਰ ਝੁਕਾ ਕੇ ਜਵਾਬ ਦਿੱਤਾ, ਸਰ, ਮੈਂ ਸਭ ਕੁਝ ਪਤਾ ਲਗਾ ਲਿਆ ਹੈ। ਉਸ ਮੁਹੱਲੇ ਦੇ ਵਿੱਚ ਜਾ ਕੇ ਮੈਂ ਸਾਰੀ ਜਾਣਕਾਰੀ ਇਕੱਠੀ ਕਰ ਲਈ ਹੈ ਜਿੱਥੇ ਤੁਸੀਂ ਮੈਨੂੰ ਭੇਜਿਆ ਸੀ। ਉਸ ਲੜਕੀ ਦਾ ਕੱਲ ਵਿਆਹ ਹੈ। ਮੇਰੇ ਚਿਹਰੇ ਤੇ ਇੱਕ ਨਫ਼ਰਤ ਭਰੀ ਮੁਸਕਾਨ ਫੈਲ ਗਈ ਸੀ ਅਤੇ ਮੇਰੀ ਹਾਸੀ ਪੂਰੇ ਕਮਰੇ ਦੇ ਵਿੱਚ ਗੂੰਜਣ ਲੱਗੀ ਸੀ। ਮੈਂ ਕਿਹਾ, ਰਾਜੂ, ਮੈਨੂੰ ਉਹ ਲੜਕੀ ਠੀਕ ਉਸ ਦੀ ਬਰਾਤ ਵਾਲੇ ਦਿਨ ਮੈਨੂੰ ਆਪਣੇ ਦਿੱਲੀ ਵਾਲੇ ਫਲੈਟ ਦੇ ਵਿੱਚ ਚਾਹੀਦੀ ਹੈ। ਰਾਜੂ ਸਿਰ ਝੁਕਾ ਕੇ ਖੜਾ ਸੀ ਅਤੇ ਹੌਲੀ ਜਿਹੀ ਬੋਲਿਆ, ਸਾਹਿਬ, ਜੇਕਰ ਤੁਸੀਂ ਚਾਹੋ ਤਾਂ ਹੁਣੇ ਇਸੇ ਵਕਤ ਉਸ ਨੂੰ ਤੁਹਾਡੇ ਪੈਰਾਂ 'ਚ ਲਿਆ ਕੇ ਰੱਖ ਦਿਆਂ। ਮੇਰਾ ਗੁੱਸਾ 7ਵੇਂ ਅਸਮਾਨ ਤੇ ਸੀ ਅਤੇ ਮੇਰੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਸਨ। ਮੈਂ ਕਿਹਾ, ਨਹੀਂ ਰਾਜੂ, ਅਜੇ ਨਹੀਂ। ਮੇਰੀ ਆਵਾਜ਼ ਠੰਡੀ ਪਰ ਗੁੱਸੇ ਭਰੀ ਸੀ। ਜਦੋਂ ਉਹ ਠੀਕ ਆਪਣੀ ਬਰਾਤ ਵਾਲੇ ਦਿਨ ਮੇਰੀ ਕੈਦ ਦੇ ਵਿੱਚ ਆਵੇਗੀ ਤਾਂ ਤੁਸੀਂ ਦੇਖਿਓ ਉਸ ਦੇ ਪਿਓ ਦੀ ਜੋ ਹਾਲਤ ਹੋਵੇਗੀ ਉਹ ਦੇਖਣ ਦੇ ਲਾਇਕ ਹੋਵੇਗੀ। ਮੈਂ ਉਸ ਦੇ ਪਿਓ ਤੋਂ ਅਜਿਹਾ ਬਦਲਾ ਲਵਾਂਗਾ ਕਿ ਉਹ ਸਾਰੀ ਉਮਰ ਯਾਦ ਰੱਖੇਗਾ। ਮੈਂ ਉਸ ਨੂੰ ਭਰੀ ਹੋਈ ਮਹਿਫਲ ਦੇ ਵਿੱਚ ਬੇਇੱਜ਼ਤ ਕਰਨਾ ਚਾਹੁੰਦਾ ਹਾਂ। ਇਸ ਕਰਕੇ ਉਸ ਲੜਕੀ ਅੰਸ਼ਿਕਾ ਨੂੰ ਬਰਾਤ ਤੋਂ ਪਹਿਲਾਂ ਮੇਰੇ ਫਲੈਟ ਦੇ ਵਿੱਚ ਪਹੁੰਚਾ ਦਿਓ। ਬਾਕੀ ਅੱਗੇ ਕੀ ਹੋਵੇਗਾ ਮੈਂ ਦੇਖ ਲਵਾਂਗਾ। ਬਰਾਤ ਵਾਲੇ ਦਿਨ ਜਦੋਂ ਲੜਕੀ ਘਰੋਂ ਗਾਇਬ ਹੋ ਜਾਂਦੀ ਹੈ, ਪਿਓ ਦੀ ਇੱਜ਼ਤ ਦੀਆਂ ਧੱਜੀਆਂ ਉੱਡ ਜਾਂਦੀਆਂ ਹਨ ਅਤੇ ਮੈਂ ਇਹੀ ਤਾਂ ਚਾਹੁੰਦਾ ਹਾਂ ਕਿ ਅੰਸ਼ਿਕਾ ਦਾ ਪਿਓ ਸਭ ਤੋਂ ਆਪਣਾ ਮੂੰਹ ਲੁਕਾਉਂਦਾ ਫਿਰੇ। ਜਦੋਂ ਉਸ ਦੇ ਪਿਓ ਨੂੰ ਪਤਾ ਲੱਗੇਗਾ ਕਿ ਉਸ ਦੀ ਇੱਜ਼ਤ ਨੂੰ ਕਿਵੇਂ ਨਿਲਾਮ ਕੀਤਾ ਜਾ ਰਿਹਾ ਹੈ ਤਾਂ ਉਹ ਸਮਝੇਗਾ ਕਿ ਇੱਜ਼ਤ ਦਾ ਤਮਾਸ਼ਾ ਕੀ ਹੁੰਦਾ ਹੈ। ਕੁਝ ਯਾਦ ਕਰਕੇ ਮੇਰਾ ਚਿਹਰਾ ਠੰਡਾ ਪੈ ਚੁੱਕਿਆ ਸੀ। ਬੀਤੇ ਹੋਏ ਸਮੇਂ ਦੇ ਪੁਰਾਣੇ ਜ਼ਖਮ ਯਾਦ ਆਉਣ ਲੱਗੇ ਸਨ। ਰਾਜੂ ਨੇ ਮੇਰੀ ਗੱਲ ਤੇ ਸਿਰ ਹਿਲਾਇਆ। ਮੈਂ ਵਾਰਨਿੰਗ ਦਿੰਦੇ ਹੋਏ ਰਾਜੂ ਨੂੰ ਕਿਹਾ, ਇਸ ਕੰਮ ਦੇ ਵਿੱਚ ਕੋਈ ਵੀ ਗਲਤੀ ਨਹੀਂ ਹੋਣੀ ਚਾਹੀਦੀ। ਠੀਕ ਵਿਆਹ ਤੋਂ ਪਹਿਲਾਂ ਉਹ ਲੜਕੀ ਮੇਰੇ ਫਲੈਟ ਦੇ ਵਿੱਚ ਹੋਣੀ ਚਾਹੀਦੀ ਹੈ। ਜੇਕਰ ਥੋੜੀ ਜਿਹੀ ਵੀ ਗਲਤੀ ਹੋਈ ਤਾਂ ਮੇਰਾ ਸਾਰਾ ਗੁੱਸਾ ਤੁਹਾਡੇ ਤੇ ਨਿਕਲੇਗਾ ਅਤੇ ਤੁਸੀਂ ਮੇਰੇ ਗੁੱਸੇ ਨੂੰ ਜਾਣਦੇ ਹੋ ਨਾ। ਰਾਜੂ ਦੇ ਚਿਹਰੇ ਤੇ ਡਰ ਸਾਫ਼ ਦਿਖਾਈ ਦੇ ਰਿਹਾ ਸੀ ਅਤੇ ਉਸਨੇ ਕਿਹਾ, ਨਹੀਂ ਸਾਹਿਬ, ਗਲਤੀ ਨਹੀਂ ਹੋਵੇਗੀ। ਉਹ ਲੜਕੀ ਠੀਕ ਬਰਾਤ ਵਾਲੇ ਦਿਨ ਵਿਆਹ ਤੋਂ ਪਹਿਲਾਂ ਤੁਹਾਡੇ ਫਲੈਟ ਤੇ ਪਹੁੰਚਾ ਦਿੱਤੀ ਜਾਵੇਗੀ। ਤੁਸੀਂ ਫਿਕਰ ਨਾ ਕਰੋ। ਰਾਜੂ ਮੈਨੂੰ ਯਕੀਨ ਦਿਵਾ ਕੇ ਜਾਣ ਲੱਗਿਆ, ਪਰ ਜਿਵੇਂ ਹੀ ਉਹ ਦਰਵਾਜ਼ੇ ਤੇ ਪਹੁੰਚਿਆ ਮੈਂ ਉਸ ਨੂੰ ਫਿਰ ਤੋਂ ਰੋਕਿਆ। ਮੈਂ ਉਸ ਨੂੰ ਕਿਹਾ ਕਿ ਹਾਂ ਸੁਣੋ, ਉਸ ਲੜਕੀ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਰਾਜੂ ਨੇ ਹੈਰਾਨ ਹੋ ਕੇ ਮੇਰੇ ਵੱਲ ਦੇਖਿਆ। ਉਹ ਇਨਸਾਨ ਜੋ ਵਿਆਹ ਵਾਲੇ ਦਿਨ ਉਸ ਲੜਕੀ ਨੂੰ ਅਗਵਾ ਕਰਨ ਦਾ ਪਲਾਨ ਬਣਾ ਰਿਹਾ ਸੀ ਅਤੇ ਹੁਣ ਉਹ ਕਹਿ ਰਿਹਾ ਸੀ ਕਿ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। ਰਾਜੂ ਨੂੰ ਇਹ ਦੋਹਰਾ ਵਿਵਹਾਰ ਸਮਝ ਨਹੀਂ ਆਇਆ ਸੀ। ਉਹ ਬਸ ਕੁਝ ਸਮੇਂ ਦੇ ਲਈ ਚੁੱਪਚਾਪ ਮੈਨੂੰ ਦੇਖਦਾ ਰਿਹਾ ਅਤੇ ਮੈਂ ਨਜ਼ਰਾਂ ਝੁਕਾ ਗਿਆ ਸੀ। ਫਿਰ ਰਾਜੂ ਬਿਨਾਂ ਕੁਝ ਕਹੇ ਚਲਾ ਗਿਆ ਕਿਉਂਕਿ ਉਹ ਮੇਰੇ ਗੁੱਸੇ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੇ ਜਾ ਕੇ ਬਹੁਤ ਸਾਰੇ ਕੰਮ ਨਿਪਟਾਉਣੇ ਸਨ। ਅੰਸ਼ਿਕਾ ਤੇ ਨਜ਼ਰ ਰੱਖਣੀ ਸੀ ਅਤੇ ਵਿਆਹ ਤੋਂ ਠੀਕ ਪਹਿਲਾਂ ਉਸ ਨੂੰ ਚੱਕ ਕੇ ਮੇਰੇ ਫਲੈਟ ਤੇ ਵੀ ਪਹੁੰਚਾਉਣਾ ਸੀ। ਮੈਂ ਦੁਬਾਰਾ ਤੋਂ ਆਪਣਾ ਲੈਪਟਾਪ ਖੋਲ ਲਿਆ, ਪਰ ਇਸ ਵਾਰ ਸਕਰੀਨ ਤੇ ਉਸ ਲੜਕੀ ਦੀ ਤਸਵੀਰ ਨਹੀਂ ਬਲਕਿ ਮੇਰੀ ਮਾਂ ਦੀ ਤਸਵੀਰ ਸੀ। ਮੇਰੇ ਚਿਹਰੇ ਤੇ ਦੁੱਖ ਤੇ ਦਰਦ ਸਾਫ਼ ਦਿਖਣ ਲੱਗਿਆ ਸੀ। ਮੇਰੀਆਂ ਅੱਖਾਂ ਲਾਲ ਹੋ ਗਈਆਂ ਸਨ। ਕੁਝ ਸਮਾਂ ਪਹਿਲਾਂ ਜੋ ਮੇਰਾ ਚਿਹਰਾ ਪੂਰੀ ਤਰ੍ਹਾਂ ਨਾਰਮਲ ਸੀ, ਹੁਣ ਉਸ ਤੇ ਦੁੱਖ ਦੇ ਰੰਗ ਦਿਖਾਈ ਦੇ ਰਹੇ ਸਨ। ਕੁਝ ਸਮੇਂ ਤੱਕ ਮੈਂ ਆਪਣੀ ਮਾਂ ਦੀਆਂ ਤਸਵੀਰਾਂ ਨੂੰ ਦੇਖਦਾ ਰਿਹਾ। ਹੌਲੀ-ਹੌਲੀ ਮੈਂ ਬੀਤੇ ਹੋਏ ਸਮੇਂ ਦੇ ਵਿੱਚ ਡੁੱਬਦਾ ਚਲਾ ਗਿਆ। ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੀ ਮਾਂ ਨੂੰ ਮਰਦੇ ਹੋਏ ਦੇਖਿਆ ਸੀ ਅਤੇ ਉਹਨਾਂ ਦੀ ਲਾਸ਼ ਦੇ ਕੋਲ ਬੈਠ ਕੇ ਮੈਂ ਘੰਟਿਆਂ ਤੱਕ ਰੋਇਆ ਸੀ। ਮੇਰੇ ਹੰਝੂ ਪੂੰਝਣ ਵਾਲਾ ਕੋਈ ਨਹੀਂ ਸੀ। ਬੀਤੇ ਹੋਏ ਸਮੇਂ ਦਾ ਦੁੱਖ ਇੰਨਾ ਜ਼ਿਆਦਾ ਗੂੜਾ ਸੀ ਕਿ ਅਚਾਨਕ ਮੈਂ ਆਪਣੇ ਖਿਆਲਾਂ ਤੋਂ
ਤੋਂ ਬਾਹਰ ਆ ਗਿਆ। ਮੇਰਾ ਦਿਲ ਤੇਜ਼ੀ ਨਾਲ ਧੜਕਣ ਲੱਗਿਆ ਸੀ ਅਤੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਚਮਕਣ ਲੱਗੀਆਂ ਸਨ। ਪਾਪਾ, ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਜੇਕਰ ਤੁਸੀਂ ਮੇਰੇ ਨਾਲ ਜ਼ਬਰਦਸਤੀ ਕੀਤੀ ਤਾਂ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂਗੀ। ਮੈਂ ਬਿਲਕੁਲ ਵੀ ਇਹ ਵਿਆਹ ਨਹੀਂ ਕਰਾਂਗੀ। ਅੰਸ਼ਿਕਾ ਨੇ ਹਿੰਮਤ ਇਕੱਠੀ ਕਰਕੇ ਆਪਣੇ ਪਿਓ ਦੇ ਸਾਹਮਣੇ ਖੜੇ ਹੋ ਕੇ ਇਹ ਗੱਲ ਕਹੀ ਸੀ। ਉਸ ਦੇ ਵਿਆਹ ਦੇ ਵਿੱਚ ਬਸ ਸਿਰਫ 2 ਦਿਨ ਰਹਿ ਗਏ ਸਨ, ਪਰ ਉਸ ਦਾ ਪਿਓ ਉਸ ਦੀ ਇੱਕ ਗੱਲ ਵੀ ਨਹੀਂ ਸੁਣ ਰਿਹਾ ਸੀ। ਤੇਰਾ ਦਿਮਾਗ ਖਰਾਬ ਹੋ ਗਿਆ ਹੈ। ਵਿਆਹ ਦੇ ਵਿੱਚ ਬਸ 2 ਦਿਨ ਬਚੇ ਹਨ ਅਤੇ ਤੂੰ ਇਨਕਾਰ ਕਰ ਰਹੀ ਹੈ। ਉਸ ਦਾ ਪਿਓ ਉਸ ਤੇ ਬਹੁਤ ਬੁਰੇ ਤਰੀਕੇ ਨਾਲ ਚੀਕਿਆ। ਉਹ ਇੰਨੇ ਦਿਨਾਂ ਤੋਂ ਅੰਸ਼ਿਕਾ ਦੀਆਂ ਗੱਲਾਂ ਸਹਿ ਰਿਹਾ ਸੀ, ਪਰ ਉਹ ਹੁਣ ਉਹਨਾਂ ਦੇ ਸਾਹਮਣੇ ਆ ਕੇ ਖੜੀ ਹੋ ਗਈ ਸੀ। ਉਸ ਨੂੰ ਅੰਸ਼ਿਕਾ ਤੋਂ ਇਸ ਗੱਲ ਦੀ ਉਮੀਦ ਨਹੀਂ ਸੀ। ਉਹ ਤਾਂ ਕਦੇ ਉਸ ਦੇ ਸਾਹਮਣੇ ਬੋਲਣ ਦੀ ਹਿੰਮਤ ਵੀ ਨਹੀਂ ਕਰਦੀ ਸੀ, ਬਲਕਿ ਉਸ ਨੂੰ ਦੇਖਦੇ ਹੀ ਡਰ ਦੇ ਨਾਲ ਕੰਬਣ ਲੱਗਦੀ ਸੀ। ਪਰ ਅੱਜ ਉਹ ਉਸ ਦੇ ਸਾਹਮਣੇ ਖੜੇ ਹੋ ਕੇ ਵਿਆਹ ਤੋਂ ਇਨਕਾਰ ਕਰ ਰਹੀ ਸੀ। ਅੰਸ਼ਿਕਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਕਹਿਣ ਲੱਗੀ, ਮੈਂ ਤੁਹਾਡੀ ਸਕੀ ਬੇਟੀ ਹਾਂ। ਕੋਈ ਦੁਸ਼ਮਣ ਦੀ ਬੇਟੀ ਦੇ ਨਾਲ ਵੀ ਇਸ ਤਰ੍ਹਾਂ ਦਾ ਸਲੂਕ ਨਹੀਂ ਕਰਦਾ ਜਿਸ ਤਰ੍ਹਾਂ ਤੁਸੀਂ ਮੇਰੇ ਨਾਲ ਕਰ ਰਹੇ ਹੋ। ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਸਨ, ਜਿਵੇਂ ਉਸ ਦੇ ਗਲੇ ਦੇ ਵਿੱਚ ਕੁਝ ਫਸ ਗਿਆ ਹੋਵੇ। ਉਸ ਦੇ ਪਿਓ ਨੇ ਗੁੱਸੇ ਨਾਲ ਆਪਣੀ ਬੇਟੀ ਨੂੰ ਘੂਰਿਆ ਅਤੇ ਕਿਹਾ, ਮੈਂ ਕੋਈ ਅਲੱਗ ਕੰਮ ਨਹੀਂ ਕਰ ਰਿਹਾ। ਸਾਰੇ ਦੁਨੀਆ ਦੇ ਪਿਓ ਆਪਣੀਆਂ ਬੇਟੀਆਂ ਦਾ ਵਿਆਹ ਕਰਵਾਉਂਦੇ ਹਨ। ਪਰਮਾਤਮਾ ਦਾ ਧੰਨਵਾਦ ਕਰਕੇ ਤੇਰਾ ਵਿਆਹ ਇੰਨੇ ਚੰਗੇ ਖਾਨਦਾਨ ਦੇ ਵਿੱਚ ਹੋ ਰਿਹਾ ਹੈ। ਬਿਨਾਂ ਦਹੇਜ ਦੇ ਹੀ ਉਹ ਤੁਹਾਨੂੰ ਆਪਣੀ ਪਤਨੀ ਬਣਾ ਰਿਹਾ ਹੈ। ਰਾਜ ਕਰੇਗੀ ਤੂੰ ਰਾਜ। ਅੰਸ਼ਿਕਾ ਨੇ ਤੜਫਦੇ ਹੋਏ ਆਪਣੇ ਪਿਓ ਦੇ ਵੱਲ ਦੇਖਿਆ ਤੇ ਕੰਮਦੀ ਹੋਈ ਬੋਲੀ, ਪਾਪਾ, ਇਹ ਵਿਆਹ ਨਹੀਂ ਹੈ। ਤੁਸੀਂ ਮੈਨੂੰ ਪੰਨਾ ਲਾਲ ਦੇ ਹੱਥਾਂ ਦੇ ਵਿੱਚ ਵੇਚ ਦਿੱਤਾ ਹੈ। ਫਿਰ ਪਹਿਲਾਂ ਉਹ ਤੁਹਾਡੇ ਤੋਂ ਦਹੇਜ ਕਿਉਂ ਲੈਂਦਾ, ਬਲਕਿ ਤੁਸੀਂ ਤਾਂ ਆਪਣੀ ਸਕੀ ਬੇਟੀ ਦੇ ਬਦਲੇ ਪੰਨਾ ਲਾਲ ਤੋਂ ਪੈਸੇ ਲੈ ਰਹੇ ਹੋ। ਇਹ ਕਹਿੰਦੇ ਕਹਿੰਦੇ ਅੰਸ਼ਿਕਾ ਦੀਆਂ ਅੱਖਾਂ ਦੇ ਵਿੱਚ ਹੰਝੂ ਡਿੱਗਣ ਲੱਗੇ। ਉਹ ਸੋਚ ਵੀ ਨਹੀਂ ਸਕਦੀ ਸੀ ਕਿ ਉਸ ਦਾ ਪਿਓ ਉਸ ਦੇ ਨਾਲ ਇੱਕ ਦਿਨ ਅਜਿਹਾ ਸਲੂਕ ਕਰੇਗਾ। ਮੈਂ ਕਿਹੜਾ ਤੇਰੇ ਨਾਲ ਜ਼ੁਲਮ ਕਰ ਰਿਹਾ ਹਾਂ। ਤੇਰਾ ਵਿਆਹ ਤਾਂ ਕਰ ਰਿਹਾ ਹਾਂ। ਜੇਕਰ ਬਦਲੇ ਦੇ ਵਿੱਚ ਮੈਨੂੰ ਕੁਝ ਪੈਸੇ ਮਿਲ ਰਹੇ ਹਨ ਤਾਂ ਇਸ ਦੇ ਵਿੱਚ ਬੁਰਾ ਹੀ ਕੀ ਹੈ। ਉਸ ਦੇ ਪਿਓ ਨੇ ਗੁੱਸੇ ਦੇ ਨਾਲ ਉਸ ਦੇ ਵੱਲ ਦੇਖਦੇ ਹੋਏ ਕਿਹਾ, ਹੁਣ ਬਕਵਾਸ ਬੰਦ ਕਰ। ਮਰਦ ਦੀ ਉਮਰ ਨਹੀਂ ਦੇਖੀ ਜਾਂਦੀ। ਇਸ ਵਾਰ ਅੰਸ਼ਿਕਾ ਨੂੰ ਗੁੱਸਾ ਆ ਗਿਆ। ਉਹ ਖੜੀ ਹੋ ਗਈ ਅਤੇ ਬੋਲੀ, ਪਾਪਾ, ਮੈਂ ਕਾਨੂੰਨ ਦਾ ਸਹਾਰਾ ਲਵਾਂਗੀ। ਜੇਕਰ ਤੁਸੀਂ ਮੇਰੇ ਨਾਲ ਜ਼ਬਰਦਸਤੀ ਕੀਤੀ ਮੈਂ ਤੁਹਾਡੇ ਖਿਲਾਫ ਕੰਪਲੇਂਟ ਕਰਾਂਗੀ। ਇਹ ਧਮਕੀ ਸੁਣ ਕੇ ਉਸ ਦੇ ਪਿਓ ਦਾ ਗੁੱਸਾ 7ਵੇਂ ਸਮਾਨ ਤੇ ਪਹੁੰਚ ਗਿਆ। ਉਸ ਦੀਆਂ ਅੱਖਾਂ ਦੇ ਵਿੱਚ ਖੂਨ ਉਤਰ ਆਇਆ। ਉਹ ਇੱਕਦਮ ਉੱਠ ਕੇ ਖੜਾ ਹੋ ਗਿਆ ਅਤੇ ਇੱਕ ਜ਼ੋਰਦਾਰ ਥੱਪੜ ਅੰਸ਼ਿਕਾ ਦੀ ਗੱਲ ਤੇ ਮਾਰ ਦਿੱਤਾ। ਥੱਪੜ ਇੰਨਾ ਜ਼ਿਆਦਾ ਤੇਜ਼ ਸੀ ਕਿ ਉਹ ਹੇਠਾਂ ਜ਼ਮੀਨ ਤੇ ਡਿੱਗ ਪਈ। ਉਸ ਦਾ ਸਿਰ ਸੋਫੇ ਦੇ ਸਾਹਮਣੇ ਪਏ ਹੋਏ ਟੇਬਲ ਤੇ ਜਾ ਟਕਰਾਇਆ। ਉਸ ਦੇ ਸਿਰ ਦੇ ਵਿੱਚ ਬਹੁਤ ਤੇਜ਼ ਦਰਦ ਹੋਣ ਲੱਗਿਆ ਸੀ। ਹੁਣ ਉਸ ਦੇ ਪਿਓ ਨੂੰ ਕੋਈ ਪਰਵਾਹ ਨਹੀਂ ਸੀ, ਬਲਕਿ ਉਲਟਾ ਉਸ ਦਾ ਬਾਪ ਗੁੱਸੇ ਦੇ ਨਾਲ ਚੀਕਿਆ, ਜ਼ਿਆਦਾ ਬਕਵਾਸ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਗੱਲ ਨੂੰ ਆਪਣੇ ਦਿਮਾਗ ਦੇ ਵਿੱਚੋਂ ਕੱਢ ਦੇ ਕਿ ਤੇਰਾ ਵਿਆਹ ਪੰਨਾ ਲਾਲ ਦੇ ਨਾਲ ਨਹੀਂ ਹੋਵੇਗਾ। ਹਰ ਇੱਕ ਕੀਮਤ ਤੇ ਤੇਰਾ ਵਿਆਹ ਪੰਨਾ ਲਾਲ ਦੇ ਨਾਲ ਹੀ ਹੋਵੇਗਾ। ਇਹ ਗੱਲ ਲਿਖ ਕੇ ਰੱਖ ਲੈ। ਜੇਕਰ ਤੂੰ ਕੋਈ ਵੀ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੇਰਾ ਬਹੁਤ ਬੁਰਾ ਹਾਲ ਕਰਾਂਗਾ। ਮੈਂ ਆਪਣੇ ਹੱਥ ਦੇ ਵਿੱਚ ਆਏ ਪੈਸੇ ਨੂੰ ਗਵਾਉਣਾ ਨਹੀਂ ਚਾਹੁੰਦਾ। ਅੰਸ਼ਿਕਾ ਨੇ ਆਪਣੇ ਦੁਖਦੇ ਹੋਏ ਸਿਰ ਤੇ ਹੱਥ ਰੱਖਿਆ ਤਾਂ ਉਸ ਨੂੰ ਆਪਣੇ ਹੱਥ ਤੇ ਕੁਝ ਗਿੱਲਾ ਮਹਿਸੂਸ ਹੋਇਆ। ਜਿੱਥੇ ਸੱਟ ਵੱਜੀ ਸੀ ਉੱਥੋਂ ਖੂਨ ਨਿਕਲਣ ਲੱਗਿਆ ਸੀ, ਪਰ ਅੰਸ਼ਿਕਾ ਨੂੰ ਸੱਟ ਦੇ ਦਰਦ ਦੀ ਕੋਈ ਪਰਵਾਹ ਨਹੀਂ ਸੀ। ਆਖਰਕਾਰ ਉਸ ਦੀ ਜ਼ਿੰਦਗੀ ਦੇ ਵਿੱਚ ਜੋ ਦਰਦ ਅਤੇ ਜਿਲਤ ਆਉਣ ਵਾਲੀ ਸੀ ਉਸ ਦੇ ਬਾਰੇ ਸੋਚ ਕੇ ਉਸ ਦੀ ਜਾਨ ਨਿਕਲ ਰਹੀ ਸੀ। ਅੰਸ਼ਿਕਾ ਹੈਰਾਨੀ ਦੇ ਨਾਲ ਆਪਣੇ ਸਕੇ ਪਿਓ ਨੂੰ ਦੇਖ ਰਹੀ ਸੀ। ਉਹ ਤਾਂ ਰੋਣਾ ਤੱਕ ਵੀ ਭੁੱਲ ਚੁੱਕੀ ਸੀ। ਉਸ ਦਾ ਪਿਓ ਗੁੱਸੇ ਨਾਲ ਘਰ ਦੇ ਵਿੱਚੋਂ ਨਿਕਲ ਗਿਆ। ਆਪਣੇ ਪਿਓ ਦੇ ਜਾਣ ਤੋਂ ਬਾਅਦ ਅੰਸ਼ਿਕਾ ਉੱਚੀ ਉੱਚੀ ਰੋ ਰਹੀ ਸੀ। ਅੰਸ਼ਿਕਾ ਨੂੰ ਆਪਣੀ ਮਾਂ ਦੀ ਬਹੁਤ ਜ਼ਿਆਦਾ ਯਾਦ ਆ ਰਹੀ ਸੀ, ਜਿਨ੍ਹਾਂ ਦਾ ਦੇਹਾਂਤ ਕੁਝ ਸਾਲ ਪਹਿਲਾਂ ਹੋ ਚੁੱਕਿਆ ਸੀ। ਜਦੋਂ ਤੱਕ ਉਸ ਦੀ ਮਾਂ ਜਿਉਂਦੀ ਸੀ ਉਹ ਅੰਸ਼ਿਕਾ ਨੂੰ ਉਸ ਦੇ ਜ਼ੁਲਮਾਂ ਤੋਂ ਬਚਾਉਂਦੀ ਸੀ। ਇਸੇ ਕਾਰਨ ਹੀ ਹਮੇਸ਼ਾ ਅੰਸ਼ਿਕਾ ਦਾ ਪਿਓ ਉਸ ਦੀ ਮਾਂ ਨੂੰ ਕੁੱਟਦਾ ਰਹਿੰਦਾ ਸੀ। ਸੁਰੇਸ਼ ਅੰਸ਼ਿਕਾ ਦਾ ਪਿਓ ਇੱਕ ਪੱਥਰ ਦਿਲ ਅਤੇ ਜ਼ਾਲਮ ਇਨਸਾਨ ਸੀ। ਉਸ ਨੂੰ ਔਰਤ ਦੀ ਇੱਜ਼ਤ ਕਰਨੀ ਨਹੀਂ ਆਉਂਦੀ ਸੀ। ਉਸ ਦੇ ਲਈ ਆਪਣੀ ਜਿੱਦ ਪੁਗਾਉਣਾ ਹੀ ਸਭ ਤੋਂ ਵੱਡੀ ਗੱਲ ਸੀ। ਉਸ ਦੀ ਸੋਚ ਸੀ ਕਿ ਔਰਤਾਂ ਮਰਦਾਂ ਦੇ ਪੈਰਾਂ ਦੀ ਜੁੱਤੀ ਹਨ ਅਤੇ ਉਹਨਾਂ ਨੂੰ ਆਪਣੇ ਕਾਬੂ ਦੇ ਵਿੱਚ ਹੀ ਰੱਖਣਾ ਚਾਹੀਦਾ ਹੈ। ਅੰਸ਼ਿਕਾ ਦਾ ਪਿਓ ਅੰਸ਼ਿਕਾ ਦੀ ਮਾਂ ਤੇ ਬਹੁਤ ਜ਼ਿਆਦਾ ਜ਼ੁਲਮ ਕਰਦਾ ਸੀ, ਉਸ ਤੇ ਹੱਥ ਚੱਕਦਾ। ਅੰਸ਼ਿਕਾ ਦੀ ਮਾਂ ਉਸ ਦੇ ਜ਼ੁਲਮਾਂ ਨੂੰ ਬਰਦਾਸ਼ਤ ਨਾ ਕਰ ਸਕੀ ਅਤੇ ਇਸ ਦੁਨੀਆ ਤੋਂ ਹੀ ਚਲੀ ਗਈ। ਅੰਸ਼ਿਕਾ ਇਹ ਸਭ ਕੁਝ ਜਾਣਦੀ ਸੀ ਕਿਉਂਕਿ ਉਸ ਦੀ ਮਾਂ ਦੀ ਮੌਤ ਦੇ ਪਿੱਛੇ ਉਸ ਦੇ ਪਿਓ ਦਾ ਹੀ ਹੱਥ ਸੀ, ਪਰ ਫਿਰ ਵੀ ਉਹ ਆਪਣੇ ਪਿਓ ਦੇ ਸਾਹਮਣੇ ਖੜੇ ਹੋਣ ਦੀ ਹਿੰਮਤ ਨਹੀਂ ਕਰ ਸਕਦੀ ਸੀ। ਪੂਰੀ ਰਾਤ ਅੰਸ਼ਿਕਾ ਰੋਂਦੀ ਰਹੀ। ਉਸ ਦੇ ਕੋਲ ਆਪਣਾ ਕੋਈ ਨਹੀਂ ਸੀ ਜਿਸ ਦੇ ਗਲ ਲੱਗ ਕੇ ਉਹ ਆਪਣਾ ਦੁੱਖ ਹਲਕਾ ਕਰ ਸਕਦੀ। ਕੁਝ ਸਮੇਂ ਦੇ ਲਈ ਉਸ ਦੇ ਦਿਮਾਗ ਦੇ ਵਿੱਚ ਇੱਕ ਧੁੰਦਲੀ ਜਿਹੀ ਤਸਵੀਰ ਆਈ ਸੀ ਜੋ ਕਹਿੰਦਾ ਸੀ ਕਿ
ਕੇ ਅੰਸ਼ਿਕਾ ਤੁਸੀਂ ਰੋਇਆ ਨਾ ਕਰੋ, ਤੁਹਾਡੇ ਹੰਝੂ ਮੇਰੇ ਦਿਲ ਨੂੰ ਦੁੱਖ ਪਹੁੰਚਾਉਂਦੇ ਹਨ, ਮੈਂ ਤੁਹਾਨੂੰ ਕਦੇ ਰੋਣ ਨਹੀਂ ਦੇਵਾਂਗਾ। ਉਹ ਧੁੰਦਲੀ ਜਹੀ ਯਾਦ ਆਉਂਦੇ ਹੀ ਅੰਸ਼ਿਕਾ ਤੜਫ ਕੇ ਰੋਣ ਲੱਗੀ ਸੀ। ਕਿੱਥੇ ਚਲੇ ਗਏ ਤੁਸੀਂ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਰੋਣ ਨਹੀਂ ਦਿਓਗੇ। ਦੇਖੋ ਤੁਹਾਡੀ ਅੰਸ਼ਿਕਾ ਕਿੰਨਾ ਰੋ ਰਹੀ ਹੈ, ਆ ਕੇ ਆਪਣੀ ਅੰਸ਼ਿਕਾ ਦੇ ਹੰਝੂ ਪੂੰਝ ਦਿਓ। ਮੇਰੇ ਸਕੇ ਪਿਓ ਨੂੰ ਮੇਰੀ ਪਰਵਾਹ ਨਹੀਂ ਸੀ, ਉਹ ਅਜੇ ਵੀ ਆਪਣੇ ਬੇਟੀ ਨੂੰ ਆਪਣੇ ਦੋਸਤ ਪੰਨਾ ਲਾਲ ਦੇ ਹੱਥਾਂ ਦੇ ਵਿੱਚ ਵੇਚ ਰਿਹਾ ਸੀ। ਪੰਨਾ ਲਾਲ ਦੀ ਉਮਰ ਇਹੀ ਕੋਈ 50 ਸਾਲ ਦੇ ਲਗਭਗ ਹੋਵੇਗੀ। ਉਸ ਦੇ ਬੱਚੇ ਵੀ ਅੰਸ਼ਿਕਾ ਤੋਂ ਵੱਡੇ ਸਨ। ਵਿਆਹ ਦਾ ਨਾਮ ਬਸ ਦਿਖਾਵੇ ਦੇ ਲਈ ਦਿੱਤਾ ਗਿਆ ਸੀ, ਕਿਉਂਕਿ ਅਸਲ ਦੇ ਵਿੱਚ ਤਾਂ ਇਹ ਇੱਕ ਸੌਦੇਬਾਜ਼ੀ ਸੀ। ਪੰਨਾ ਲਾਲ ਦਾ ਇਹ ਤੀਜਾ ਵਿਆਹ ਸੀ। ਉਸ ਦੀਆਂ 2 ਪਤਨੀਆਂ ਪਹਿਲਾਂ ਹੀ ਗੁਜ਼ਰ ਚੁੱਕੀਆਂ ਸਨ। ਅੰਸ਼ਿਕਾ ਦੇ ਪਿਓ ਸੁਰੇਸ਼ ਨੂੰ ਇਸ ਸੌਦੇ ਦੇ ਨਾਲ ਇੱਕ ਬਹੁਤ ਵੱਡੀ ਰਕਮ ਮਿਲੀ ਸੀ ਅਤੇ ਉਹ ਬਹੁਤ ਜ਼ਿਆਦਾ ਖੁਸ਼ ਸੀ। ਪੰਨਾ ਲਾਲ ਅੰਸ਼ਿਕਾ ਦੀ ਖੂਬਸੂਰਤੀ ਤੇ ਫਿਦਾ ਹੋ ਗਿਆ ਸੀ ਅਤੇ ਇਸੇ ਕਾਰਨ ਹੀ ਉਸ ਨੇ ਸੁਰੇਸ਼ ਦੇ ਨਾਲ ਸੌਦਾ ਕਰ ਲਿਆ ਸੀ। ਅੱਜ ਅੰਸ਼ਿਕਾ ਦੇ ਵਿਆਹ ਦਾ ਦਿਨ ਸੀ। ਪੰਨਾ ਲਾਲ ਦੀ ਫਰਮਾਇਸ਼ ਤੇ ਉਸ ਨੂੰ ਪਾਰਲਰ ਭੇਜਿਆ ਗਿਆ ਸੀ ਤਾਂ ਕਿ ਉਸ ਨੂੰ ਪੂਰੀ ਤਰ੍ਹਾਂ ਦੁਲਹਨ ਦੀ ਤਰ੍ਹਾਂ ਤਿਆਰ ਕੀਤਾ ਜਾ ਸਕੇ। ਹਾਲਾਂਕਿ ਸੁਰੇਸ਼ ਖੁਦ ਇੰਨੇ ਪੈਸੇ ਖਰਚ ਕਰਨ ਦੇ ਹੱਕ ਦੇ ਵਿੱਚ ਨਹੀਂ ਸੀ, ਪਰ ਪੰਨਾ ਲਾਲ ਨੇ ਉਸ ਨੂੰ ਯਕੀਨ ਦਿਵਾਇਆ ਸੀ ਕਿ ਉਹ ਸਾਰਾ ਖਰਚਾ ਖੁਦ ਚੱਕੇਗਾ, ਪਰ ਸ਼ਰਤ ਹੈ ਕਿ ਅੰਸ਼ਿਕਾ ਚੰਗੀ ਤਰ੍ਹਾਂ ਤਿਆਰ ਹੋਣੀ ਚਾਹੀਦੀ ਹੈ। ਅੰਸ਼ਿਕਾ ਪਾਰਲਰ ਦੇ ਵਿੱਚ ਇੱਕ ਲਾਸ਼ ਦੀ ਤਰ੍ਹਾਂ ਬੈਠੀ ਹੋਈ ਸੀ। ਉਸ ਨੂੰ ਤਿਆਰ ਤਾਂ ਕਰ ਦਿੱਤਾ ਗਿਆ ਸੀ, ਪਰ ਅਜੇ ਤੱਕ ਉਸ ਨੂੰ ਕੋਈ ਲੈਣ ਦੇ ਲਈ ਨਹੀਂ ਆਇਆ ਸੀ। ਉਹ ਤਿਆਰ ਹੋ ਕੇ ਬਹੁਤ ਖੂਬਸੂਰਤ ਲੱਗ ਰਹੀ ਸੀ। ਤਿਆਰ ਕਰਨ ਤੋਂ ਬਾਅਦ ਉਸ ਦੀ ਖੂਬਸੂਰਤੀ ਹੋਰ ਵੀ ਨਿਖਰ ਗਈ ਸੀ, ਪਰ ਉਸ ਦੀ ਸਾਦਗੀ ਅਤੇ ਬੇਵਸੀ ਨੇ ਉਸ ਦੀ ਖੂਬਸੂਰਤੀ ਦੇ ਵਿੱਚ ਦਰਦ ਭਰ ਦਿੱਤਾ ਸੀ। ਉਹ ਕਿਸੇ ਦਾ ਵੀ ਦਿਲ ਚੀਰ ਸਕਦੀ ਸੀ। ਉਸ ਸਮੇਂ ਹੀ ਪਾਰਲਰ ਦੇ ਵਿੱਚ ਕੰਮ ਕਰਨ ਵਾਲੀ ਇੱਕ ਲੜਕੀ ਨੇ ਆ ਕੇ ਉਸ ਨੂੰ ਦੱਸਿਆ ਕਿ ਤੁਹਾਨੂੰ ਲੈਣ ਦੇ ਲਈ ਕੁਝ ਲੋਕ ਆਏ ਹਨ। ਅੰਸ਼ਿਕਾ ਨੇ ਲਹਿੰਗਾ ਸੰਭਾਲਦੇ ਹੋਏ ਪਾਰਲਰ ਦੇ ਬਾਹਰ ਕਦਮ ਰੱਖਿਆ। ਸਾਹਮਣੇ ਇੱਕ ਕੀਮਤੀ ਮਹਿੰਗੀ ਗੱਡੀ ਖੜੀ ਸੀ। ਅੰਸ਼ਿਕਾ ਨੇ ਉਸ ਗੱਡੀ ਦੇ ਵੱਲ ਦੇਖਿਆ ਤੇ ਫਿਰ ਦੂਜੇ ਪਾਸੇ ਦੇਖਿਆ, ਪਰ ਉੱਥੇ ਕੋਈ ਦੂਜੀ ਗੱਡੀ ਨਹੀਂ ਸੀ। ਉਸ ਕਾਲੀ ਗੱਡੀ ਦੇ ਵਿੱਚੋਂ ਕੁਝ ਲੋਕ ਬਾਹਰ ਨਿਕਲੇ ਸਨ। ਅੰਸ਼ਿਕਾ ਦਾ ਦਿਲ ਡੁੱਬਣ ਲੱਗਿਆ ਸੀ। ਉਹ ਅੰਦਰ ਵਾਪਸ ਜਾਣ ਦੇ ਬਾਰੇ ਸੋਚ ਹੀ ਰਹੀ ਸੀ ਕਿ ਪਿੱਛੇ ਤੋਂ ਉਸ ਦੇ ਮੂੰਹ ਤੇ ਕਿਸੇ ਨੇ ਇੱਕ ਰੁਮਾਲ ਰੱਖ ਦਿੱਤਾ, ਜਿਸ ਦੇ ਵਿੱਚ ਬੇਹੋਸ਼ ਕਰਨ ਵਾਲੀ ਦਵਾਈ ਛਿੜਕੀ ਹੋਈ ਸੀ। ਅੰਸ਼ਿਕਾ ਕੁਝ ਹੀ ਪਲਾਂ ਦੇ ਵਿੱਚ ਬੇਹੋਸ਼ ਹੋ ਗਈ ਸੀ ਅਤੇ ਉਸ ਨੂੰ ਗੱਡੀ ਦੀ ਪਿਛਲੀ ਸੀਟ ਤੇ ਲਿਟਾ ਦਿੱਤਾ ਗਿਆ ਸੀ। ਗੱਡੀ ਹਵਾ ਦੇ ਨਾਲ ਗੱਲਾਂ ਕਰਦੀ ਹੋਈ ਸ਼ਹਿਰ ਤੋਂ ਬਾਹਰ ਨਿਕਲ ਆਈ ਸੀ। ਰਾਜੂ ਉਸ ਨੂੰ ਸ਼ਵਾਜ ਦੇ ਦੱਸੇ ਹੋਏ ਫਲੈਟ ਤੇ ਲੈ ਆਇਆ ਸੀ, ਪਰ ਹੁਣ ਉਹ ਪਰੇਸ਼ਾਨ ਸੀ ਕਿਉਂਕਿ ਅੰਸ਼ਿਕਾ ਨੂੰ ਹੋਸ਼ ਨਹੀਂ ਆ ਰਿਹਾ ਸੀ। ਉਸ ਨੇ ਡਰ ਦੇ ਨਾਲ ਕਈ ਵਾਰ ਅੰਸ਼ਿਕਾ ਦੇ ਕਮਰੇ ਦੇ ਵਿੱਚ ਜਾ ਕੇ ਦੇਖਿਆ ਸੀ, ਪਰ ਕੁਝ ਵੀ ਬਦਲਿਆ ਨਹੀਂ ਸੀ। ਇੱਧਰ ਮੈਂ ਆਪਣੇ ਕਮਰੇ ਦੇ ਵਿੱਚ ਬੇਚੈਨੀ ਦੇ ਨਾਲ ਚੱਕਰ ਕੱਟ ਰਿਹਾ ਸੀ। ਰਾਜੂ ਦੀ ਕਾਲ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਉਸ ਨੇ ਕੰਮ ਪੂਰਾ ਕੀਤਾ ਜਾਂ ਨਹੀਂ। ਅਚਾਨਕ ਮੇਰਾ ਫੋਨ ਵੱਜਿਆ ਅਤੇ ਸਕਰੀਨ ਤੇ ਰਾਜੂ ਦਾ ਨਾਮ ਚਮਕਣ ਲੱਗਿਆ। ਮੈਂ ਜਲਦੀ ਨਾਲ ਫੋਨ ਚੱਕਿਆ ਤੇ ਘਬਰਾਉਂਦੇ ਹੋਏ ਬੋਲਿਆ, ਹੈਲੋ, ਕਿੱਥੇ ਹੋ? ਰਾਜੂ ਦੂਜੇ ਪਾਸਿਓਂ ਰਾਜੂ ਦੀ ਘਬਰਾਈ ਹੋਈ ਆਵਾਜ਼ ਆਈ, ਸਾਹਿਬ ਜੀ, ਮੈਂ ਲੜਕੀ ਨੂੰ ਤੁਹਾਡੇ ਦੱਸੇ ਹੋਏ ਫਲੈਟ ਤੇ ਛੱਡ ਦਿੱਤਾ ਹੈ। ਪਰ ਉਸ ਦੇ ਪਰ ਸੁਣਦੇ ਹੀ ਮੇਰਾ ਦਿਲ ਧੜਕ ਉੱਠਿਆ। ਪਰ ਕੀ ਰਾਜੂ, ਤੂੰ ਸਹੀ ਸਮੇਂ ਤੇ ਵਿਆਹ ਤੋਂ ਪਹਿਲਾਂ ਉਸ ਨੂੰ ਲੈ ਕੇ ਤਾਂ ਆਇਆ ਸੀ ਨਾ? ਰਾਜੂ ਨੇ ਘਬਰਾਉਂਦੇ ਹੋਏ ਜਵਾਬ ਦਿੱਤਾ, ਜੀ ਸਾਹਿਬ ਜੀ, ਮੈਂ ਵਿਆਹ ਤੋਂ ਪਹਿਲਾਂ ਹੀ ਲੜਕੀ ਨੂੰ ਲੈ ਕੇ ਆਇਆ ਸੀ, ਪਰ ਇੱਕ ਗਲਤੀ ਹੋ ਗਈ ਹੈ। ਪਤਾ ਨਹੀਂ ਕਿਵੇਂ ਅੰਸ਼ਿਕਾ ਜੀ ਹੋਸ਼ ਦੇ ਵਿੱਚ ਨਹੀਂ ਆ ਰਹੀ। ਮੈਂ ਬਹੁਤ ਘੱਟ ਬੇਹੋਸ਼ੀ ਵਾਲੀ ਦਵਾਈ ਮਿਲਾਈ ਸੀ, ਫਿਰ ਵੀ ਉਹ ਜਾਗ ਨਹੀਂ ਰਹੀ। ਰਾਜੂ ਦੀ ਗੱਲ ਸੁਣ ਕੇ ਮੇਰਾ ਗੁੱਸਾ 7ਵੇਂ ਅਸਮਾਨ ਤੇ ਪਹੁੰਚ ਗਿਆ ਸੀ। ਮੈਂ ਉਸ ਨੂੰ ਪਹਿਲਾਂ ਹੀ ਕਿਹਾ ਸੀ ਕਿ ਅੰਸ਼ਿਕਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। ਮੈਂ ਉਸ ਦੇ ਪਿਓ ਤੋਂ ਬਦਲਾ ਲੈਣਾ ਚਾਹੁੰਦਾ ਸੀ ਅਤੇ ਉਸ ਦੇ ਲਈ ਮੈਂ ਅੰਸ਼ਿਕਾ ਨੂੰ ਵਰਤਣਾ ਸੀ, ਪਰ ਜੇਕਰ ਅੰਸ਼ਿਕਾ ਨੂੰ ਕੋਈ ਤਕਲੀਫ ਹੋਵੇ ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਸੀ। ਪਰ ਮੇਰੇ ਦਿਲ ਨੇ ਅਚਾਨਕ ਕਿਹਾ ਕਿ ਅੰਸ਼ਿਕਾ ਜਿਉਵੇਂ ਜਾਂ ਮਰੇ, ਤੁਹਾਨੂੰ ਕੀ ਫਰਕ ਪੈਂਦਾ ਹੈ? ਤੁਸੀਂ ਤਾਂ ਬਸ ਆਪਣੀ ਮਾਂ ਦਾ ਬਦਲਾ ਲੈਣਾ ਹੈ। ਕਿਹੜਾ ਤੁਹਾਡਾ ਉਸ ਲੜਕੀ ਦੇ ਨਾਲ ਕੋਈ ਰਿਸ਼ਤਾ ਹੈ? ਪਰ ਕਿਤੇ ਨਾ ਕਿਤੇ ਇੱਕ ਬੇਨਾਮ ਜਿਹਾ ਰਿਸ਼ਤਾ ਅੰਸ਼ਿਕਾ ਦੇ ਨਾਲ ਜੁੜਿਆ ਹੋਇਆ ਸੀ ਅਤੇ ਉਸ ਦੀ ਤਕਲੀਫ ਦੇਖ ਕੇ ਮੇਰਾ ਦਿਲ ਤੜਫ ਉੱਠਿਆ ਸੀ। ਮੈਂ ਝੱਟ ਕਿਹਾ, ਜਲਦੀ ਨਾਲ ਡਾਕਟਰ ਨੂੰ ਬੁਲਾਓ, ਮੈਂ ਬਸ ਹੁਣੇ ਹੀ ਪਹੁੰਚਦਾ ਹਾਂ। ਜਦੋਂ ਤੱਕ ਮੈਂ ਫਲੈਟ ਤੇ ਪਹੁੰਚਿਆ ਤਾਂ ਡਾਕਟਰ ਆ ਚੁੱਕਿਆ ਸੀ ਅਤੇ ਅੰਸ਼ਿਕਾ ਦਾ ਚੈੱਕਅਪ ਕਰ ਰਿਹਾ ਸੀ। ਡਾਕਟਰ ਨੇ ਕਿਹਾ, ਚਿੰਤਾ ਦੀ ਕੋਈ ਗੱਲ ਨਹੀਂ, ਥੋੜੇ ਸਮੇਂ ਵਿੱਚ ਇਹਨਾਂ ਨੂੰ ਹੋਸ਼ ਆ ਜਾਵੇਗਾ, ਪਰ ਇਹਨਾਂ ਦੇ ਸਿਰ ਤੇ ਡੂੰਘੀ ਸੱਟ ਲੱਗੀ ਹੈ ਅਤੇ ਇਹ ਕਿਸੇ ਡਿਪਰੈਸ਼ਨ ਦਾ ਸ਼ਿਕਾਰ ਵੀ ਹਨ। ਉਹ ਦਵਾਈ ਲਿਖ ਕੇ ਅਤੇ ਇੰਜੈਕਸ਼ਨ ਲਗਾ ਕੇ ਚਲਾ ਗਿਆ ਸੀ, ਪਰ ਮੈਂ ਉੱਥੇ ਹੀ ਕਮਰੇ ਦੇ ਵਿੱਚ ਰੁਕ ਗਿਆ। ਕਮਰੇ ਦੇ ਵਿੱਚ ਹੁਣ ਮੈਂ ਤੇ ਸਿਰਫ ਅੰਸ਼ਿਕਾ ਸੀ। ਅੰਸ਼ਿਕਾ ਬੇਹੋਸ਼ੀ ਦੀ ਹਾਲਤ ਦੇ ਵਿੱਚ ਬੈੱਡ ਤੇ ਲੇਟੀ ਹੋਈ ਸੀ ਅਤੇ ਦੁਲਹਨ ਦੇ ਰੂਪ ਦੇ ਵਿੱਚ ਉਸ ਦੀ ਖੂਬਸੂਰਤੀ ਦਿਲ ਨੂੰ ਚੀਰਨ ਵਾਲੀ ਸੀ। ਮੇਰਾ ਦਿਲ ਤੇਜ਼ੀ ਨਾਲ ਧੜਕਣ ਲੱਗਿਆ ਸੀ। ਮੈਂ ਸੋਚਿਆ ਨਹੀਂ ਸੀ ਕਿ 15 ਸਾਲ ਦੇ ਬਾਅਦ ਅੰਸ਼ਿਕਾ ਇੰਨੀ ਖੂਬਸੂਰਤ ਹੋ ਜਾਵੇਗੀ। 15 ਸਾਲ ਪਹਿਲਾਂ ਉਹ ਇੱਕ ਛੋਟੀ ਜਿਹੀ ਬੱਚੀ ਸੀ ਅਤੇ ਹੁਣ ਉਹ ਜਵਾਨੀ ਦੀ ਦਹਿਲੀਜ਼ ਤੇ ਖੜੀ ਸੀ। ਉਸ ਦੀਆਂ ਗੱਲਾਂ ਤੇ ਬਾਲਾਂ ਦੀ ਇੱਕ ਲੱਟ ਡਿੱਗੀ ਹੋਈ ਸੀ। ਹੌਲੀ ਜਿਹੀ ਮੇਰਾ ਹੱਥ ਉੱਠਿਆ ਤੇ ਉਸ ਦੀ ਲੱਟ ਨੂੰ
ਮੈਂ ਪਾਸੇ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਮੈਂ ਉਸਨੂੰ ਛੂਹਿਆ ਤਾਂ ਉਸਨੇ ਝੱਟ ਤੋਂ ਅੱਖਾਂ ਖੋਲ ਦਿੱਤੀਆਂ। ਮੈਨੂੰ ਦੇਖ ਕੇ ਉਹ ਘਬਰਾ ਗਈ ਅਤੇ ਬੋਲੀ, ਤੁਸੀਂ ਕੌਣ ਹੋ? ਤੁਸੀਂ ਮੈਨੂੰ ਇੱਥੇ ਕਿਉਂ ਲੈ ਕੇ ਆਏ ਹੋ? ਅਤੇ ਅਚਾਨਕ ਹੀ ਫਿਰ ਮੇਰੀਆਂ ਅੱਖਾਂ ਦੇ ਵਿੱਚ ਮੇਰੀ ਮਾਂ ਦਾ ਚਿਹਰਾ ਆਉਣ ਲੱਗਿਆ ਅਤੇ ਗੁੱਸੇ ਨਾਲ ਮੈਂ ਲਾਲ ਹੋਣ ਲੱਗਿਆ। ਮੈਂ ਅੰਸ਼ਿਕਾ ਦੀ ਬਾਂਹ ਫੜ ਕੇ ਕਿਹਾ, ਹੋਸ਼ ਦੇ ਵਿੱਚ ਆ ਜਾਓ। ਤੂੰ ਅਜੇ ਮੇਰੇ ਕਮਰੇ ਦੇ ਵਿੱਚ ਹੈ ਅਤੇ ਮੈਂ ਤੁਹਾਡੇ ਬਾਪ ਤੋਂ ਬਦਲਾ ਲੈਣ ਦੇ ਲਈ ਆਇਆ ਹਾਂ। ਤੁਹਾਡੇ ਬਾਪ ਦੇ ਕਾਰਨ ਮੇਰੀ ਮਾਂ ਤੜਫ ਤੜਫ ਕੇ ਮਰੀ ਸੀ। ਤੁਹਾਡੇ ਬਾਪ ਦੇ ਕਾਰਨ ਮੈਂ ਅਨਾਥ ਹੋ ਗਿਆ ਸੀ। ਹੁਣ ਤੁਹਾਡੇ ਬਾਪ ਨੂੰ ਜਦੋਂ ਇਹ ਪਤਾ ਲੱਗੇਗਾ ਕਿ ਉਹਨਾਂ ਦੀ ਬੇਟੀ ਬਰਾਤ ਦੇ ਦਿਨ ਗਾਇਬ ਹੋ ਗਈ ਹੈ ਤਾਂ ਸਾਰੇ ਲੋਕ ਉਸ ਤੇ ਥੂ ਥੂ ਕਰਨਗੇ, ਤਾਂ ਉਸ ਨੂੰ ਪਤਾ ਲੱਗੇਗਾ ਕਿ ਦਰਦ ਕੀ ਹੁੰਦਾ ਹੈ। ਫਿਰ ਮੈਂ ਹੋਰ ਵੀ ਗੁੱਸੇ ਦੇ ਨਾਲ ਕਿਹਾ ਕਿ ਨਹੀਂ, ਮੈਂ ਤੁਹਾਡੇ ਪਿਓ ਨੂੰ ਸਿਰਫ ਇੰਨਾ ਹੀ ਦਰਦ ਨਹੀਂ ਦਿਆਂਗਾ। ਮੈਂ ਤੁਹਾਨੂੰ ਹਾਸਿਲ ਕਰਾਂਗਾ, ਤੁਹਾਡੀ ਖੂਬਸੂਰਤੀ ਨੂੰ ਖਤਮ ਕਰ ਦਿਆਂਗਾ ਅਤੇ ਫਿਰ ਤੁਹਾਨੂੰ ਉਸ ਦੇ ਸਾਹਮਣੇ ਸੁੱਟ ਦਿਆਂਗਾ ਤਾਂ ਕਿ ਉਹ ਦੇਖ ਸਕੇ ਕਿ ਉਹਨਾਂ ਦੀ ਇੱਜ਼ਤ ਮੇਰੇ ਪੈਰਾਂ ਹੇਠਾਂ ਕੁਚਲੀ ਜਾ ਚੁੱਕੀ ਹੈ। ਨਫ਼ਰਤ ਅਤੇ ਗੁੱਸੇ ਨੇ ਮੈਨੂੰ ਅੰਨਾ ਕਰ ਦਿੱਤਾ ਸੀ। ਮੈਂ ਝਟਕੇ ਨਾਲ ਖਿੱਚ ਕੇ ਅੰਸ਼ਿਕਾ ਨੂੰ ਆਪਣੇ ਨੇੜੇ ਕੀਤਾ ਸੀ। ਉਸ ਨੂੰ ਦੇਖ ਕੇ ਮੈਂ ਕਾਬੂ ਤੋਂ ਬਾਹਰ ਹੋਣ ਲੱਗਿਆ ਸੀ। ਮੇਰੇ ਦਿਲ ਅਤੇ ਦਿਮਾਗ ਤੇ ਇੰਨਾ ਜ਼ਿਆਦਾ ਗੁੱਸਾ ਸਵਾਰ ਸੀ ਕਿ ਮੈਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਮੇਰੇ ਬੁੱਲ੍ਹ ਅੰਸ਼ਿਕਾ ਦੀ ਗਰਦਨ ਨੂੰ ਛੂਹਣ ਲੱਗੇ ਸਨ ਕਿ ਉਸ ਸਮੇਂ ਹੀ ਅੰਸ਼ਿਕਾ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਬਹਿ ਕੇ ਮੇਰੀਆਂ ਗੱਲਾਂ ਨੂੰ ਛੂਹਣ ਲੱਗੇ। ਮੇਰੇ ਅੰਦਰ ਕਿਤੇ ਇੱਕ ਆਵਾਜ਼ ਉੱਠੀ, ਅੰਸ਼ਿਕਾ ਨਾ ਰੋ, ਤੁਹਾਡੇ ਹੰਝੂ ਮੇਰੇ ਦਿਲ ਨੂੰ ਦੁੱਖ ਪਹੁੰਚਾਉਂਦੇ ਹਨ। ਪਰ ਮੈਂ ਆਪਣੇ ਬਦਲੇ ਦੀ ਅੱਗ ਦੇ ਵਿੱਚ ਇੰਨਾ ਅੰਨਾ ਹੋ ਚੁੱਕਿਆ ਸੀ ਕਿ ਮੈਂ ਕੁਝ ਵੀ ਸੁਣ ਨਹੀਂ ਸਕਦਾ ਸੀ। ਮੈਂ ਇੱਕ ਝਟਕੇ ਦੇ ਨਾਲ ਉਸ ਨੂੰ ਛੱਡ ਦਿੱਤਾ। ਅੰਸ਼ਿਕਾ ਹੈਰਾਨ ਹੋ ਕੇ ਮੈਨੂੰ ਦੇਖ ਰਹੀ ਸੀ। ਉਹ ਆਪਣੇ ਹੰਝੂ ਪੂੰਝਦੇ ਹੋਏ ਬੋਲੀ, ਕੌਣ ਹੋ ਤੁਸੀਂ? ਕਿਉਂ ਤੁਸੀਂ ਮੇਰੀ ਇੱਜ਼ਤ ਖਰਾਬ ਕਰਨਾ ਚਾਹੁੰਦੇ ਹੋ? ਸ਼ਾਇਦ ਅੰਸ਼ਿਕਾ ਨੇ ਮੈਨੂੰ ਪਹਿਚਾਨਿਆ ਨਹੀਂ ਸੀ ਅਤੇ ਪਹਿਚਾਨਦੀ ਵੀ ਕਿਵੇਂ। ਉਸ ਸਮੇਂ ਉਹ ਸਿਰਫ 8 ਸਾਲ ਦੀ ਬੱਚੀ ਸੀ ਅਤੇ ਮੈਂ 15 ਸਾਲ ਦਾ ਸੀ। ਅੱਜ ਵੀ ਨਫ਼ਰਤ ਅਤੇ ਬਦਲੇ ਦੀ ਅੱਗ ਨੇ ਮੇਰੇ ਅੰਦਰ ਇੰਨਾ ਗੁੱਸਾ ਭਰ ਦਿੱਤਾ ਸੀ ਕਿ ਮੈਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਜਿਸ ਰੂਪ ਦੇ ਵਿੱਚ ਅੰਸ਼ਿਕਾ ਮੇਰੇ ਸਾਹਮਣੇ ਖੜੀ ਸੀ, ਮੇਰੀਆਂ ਨਜ਼ਰਾਂ ਖੁਦ ਬ ਖੁਦ ਝੁਕ ਗਈਆਂ ਸਨ। ਮੇਰੇ ਗੁੱਸੇ ਅਤੇ ਜਨੂੰਨ ਦਾ ਨਿਸ਼ਾਨਾ ਬਣ ਕੇ ਅੰਸ਼ਿਕਾ ਦੀ ਹਾਲਤ ਖਰਾਬ ਸੀ। ਉਸ ਦਾ ਦੁਪੱਟਾ ਹੇਠਾਂ ਡਿੱਗ ਚੁੱਕਿਆ ਸੀ। ਉਸ ਦੇ ਕੱਪੜੇ ਵੀ ਫਟ ਗਏ ਸਨ। ਮੈਂ ਹੌਲੀ ਜਿਹੀ ਆਪਣੇ ਮੋਢਿਆਂ ਤੋਂ ਚਾਦਰ ਉਤਾਰੀ ਅਤੇ ਉਸ ਦੇ ਉੱਪਰ ਦੇ ਦਿੱਤੀ। ਉਸ ਤੋਂ ਬਾਅਦ ਮੈਂ ਬਿਨਾਂ ਕੁਝ ਕਹੇ ਕਮਰੇ ਤੋਂ ਬਾਹਰ ਆ ਗਿਆ। ਇਹ ਮੈਂ ਕੀ ਕਰਨ ਜਾ ਰਿਹਾ ਸੀ? ਮੈਂ ਅੰਸ਼ਿਕਾ ਨੂੰ ਬਰਬਾਦ ਕਰਨ ਜਾ ਰਿਹਾ ਸੀ। ਉਸ ਅੰਸ਼ਿਕਾ ਨੂੰ ਜੋ ਮੇਰੇ ਦਿਲ ਦੀ ਧੜਕਣ ਸੀ। ਮੈਂ ਕਿਵੇਂ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਲੈ ਆਇਆ। ਆਪਣੀ ਮਾਂ ਦੇ ਬਦਲੇ ਦੀ ਅੱਗ ਦੇ ਵਿੱਚ ਮੈਂ ਇੰਨਾ ਅੰਨਾ ਹੋ ਗਿਆ ਸੀ ਕਿ ਮੈਂ ਵੀ ਦੇਖ ਨਹੀਂ ਸਕਿਆ ਸੀ। ਮੈਂ ਫਿਰ ਤੋਂ ਹੌਲੀ ਹੌਲੀ ਬੀਤੇ ਹੋਏ ਸਮੇਂ ਦੇ ਵਿੱਚ ਗੁਆਚਣ ਲੱਗਿਆ ਸੀ। ਸਾਡਾ ਸੰਬੰਧ ਇੱਕ ਛੋਟੇ ਜਿਹੇ ਪਿੰਡ ਦੇ ਨਾਲ ਸੀ ਜਿੱਥੇ ਮੇਰੇ ਪਾਪਾ ਜ਼ਿਮੀਂਦਾਰ ਸਨ। ਸਾਡੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਮੈਂ ਆਪਣੇ ਮਾਤਾ ਪਿਤਾ ਦਾ ਇੱਕੋ ਇੱਕ ਬੇਟਾ ਸੀ ਅਤੇ ਉਹ ਮੈਨੂੰ ਬਹੁਤ ਪਿਆਰ ਕਰਦੇ ਸਨ। ਸਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸਨ ਕਿ ਉਸ ਸਮੇਂ ਹੀ ਮੇਰੇ ਪਾਪਾ ਦੀ ਦੋਸਤੀ ਸੁਰੇਸ਼ ਅੰਕਲ ਦੇ ਨਾਲ ਹੋ ਗਈ। ਸੁਰੇਸ਼ ਅੰਕਲ ਦੀ ਇੱਕ ਹੀ ਬੇਟੀ ਸੀ, ਅੰਸ਼ਿਕਾ। ਉਸ ਸਮੇਂ ਉਹ ਸਿਰਫ 7 ਸਾਲ ਦੀ ਸੀ। ਸੁਰੇਸ਼ ਅੰਕਲ ਦਾ ਸਾਡੇ ਘਰ ਦੇ ਵਿੱਚ ਆਉਣਾ ਜਾਣਾ ਸ਼ੁਰੂ ਹੋ ਗਿਆ ਸੀ ਅਤੇ ਕਦੇ-ਕਦੇ ਅੰਸ਼ਿਕਾ ਵੀ ਉਹਨਾਂ ਦੇ ਨਾਲ ਆਉਂਦੀ ਸੀ। ਮੈਨੂੰ ਉਹ ਛੋਟੀ ਜਿਹੀ ਪਿਆਰੀ ਜਿਹੀ ਬੱਚੀ ਬਹੁਤ ਵਧੀਆ ਲੱਗਦੀ ਸੀ। ਮੈਂ ਉਸ ਦੇ ਨਾਲ ਖੇਡਦਾ ਅਤੇ ਉਸ ਨੂੰ ਆਪਣੀਆਂ ਸਾਰੀਆਂ ਪਸੰਦੀਦਾ ਚੀਜ਼ਾਂ ਦੇ ਦਿੰਦਾ। ਪਰ ਅੰਸ਼ਿਕਾ ਦਾ ਪਿਓ ਬਹੁਤ ਹੀ ਸਖਤ ਦਿਲ ਇਨਸਾਨ ਸੀ। ਉਹ ਉਸ ਛੋਟੀ ਜਿਹੀ ਮਾਸੂਮ ਬੱਚੀ ਤੇ ਵੀ ਹੱਥ ਚੱਕ ਦਿੰਦਾ ਸੀ। ਜਦੋਂ ਵੀ ਅੰਸ਼ਿਕਾ ਰੋਂਦੀ ਤਾਂ ਉਹ ਮੇਰੇ ਕੋਲ ਆ ਜਾਂਦੀ। ਉਸ ਦੀਆਂ ਅੱਖਾਂ ਦੇ ਵਿੱਚ ਆਏ ਹੋਏ ਹੰਝੂ ਮੈਨੂੰ ਤੋੜ ਦਿੰਦੇ ਸਨ। ਉਸ ਦੇ ਹੰਝੂ ਪੂੰਝਦਾ ਅਤੇ ਉਸ ਦਾ ਹੱਥ ਫੜ ਕੇ ਵਾਅਦਾ ਕਰਦਾ ਕਿ ਅੰਸ਼ਿਕਾ, ਮੈਨੂੰ ਵੱਡਾ ਹੋ ਜਾਣ ਦਿਓ, ਮੈਂ ਤੁਹਾਡੀਆਂ ਅੱਖਾਂ ਦੇ ਵਿੱਚ ਕਦੇ ਹੰਝੂ ਨਹੀਂ ਆਉਣ ਦਿਆਂਗਾ, ਤੁਹਾਨੂੰ ਹਰ ਇੱਕ ਖੁਸ਼ੀ ਦਿਆਂਗਾ। ਉਸ ਸਮੇਂ ਮੈਂ 14 ਸਾਲ ਦਾ ਸੀ। ਅੰਸ਼ਿਕਾ ਦੇ ਨਾਲ ਕੀਤੇ ਹੋਏ ਵਾਅਦੇ ਮੈਂ ਐਵੇਂ ਹੀ ਨਹੀਂ ਕਰ ਰਿਹਾ ਸੀ। ਅੰਸ਼ਿਕਾ ਮੈਨੂੰ ਚੰਗੀ ਲੱਗਣ ਲੱਗੀ ਸੀ। ਮੈਂ ਸੋਚ ਲਿਆ ਸੀ ਕਿ ਵੱਡੇ ਹੋਣ ਤੋਂ ਬਾਅਦ ਵੀ ਅੰਸ਼ਿਕਾ ਦਾ ਸਾਥ ਨਹੀਂ ਛੱਡਾਂਗਾ। ਉਸ ਸਮੇਂ ਮੇਰੇ ਦਿਲ ਦੇ ਵਿੱਚ ਸੱਚਾਈ ਸੀ। ਜੋ ਵਾਅਦੇ ਮੈਂ ਕਰ ਰਿਹਾ ਸੀ ਉਹ ਵਾਅਦੇ ਝੂਠੇ ਨਹੀਂ ਸਨ। ਅੰਸ਼ਿਕਾ ਮੇਰੇ ਲਈ ਸਿਰਫ ਇੱਕ ਦੋਸਤ ਨਹੀਂ ਬਲਕਿ ਮੇਰੀ ਪਹਿਲੀ ਮੁਹੱਬਤ ਸੀ। ਉਹ ਮੇਰੇ ਦਿਲ ਦੇ ਵਿੱਚ ਬਸਣ ਲੱਗੀ ਸੀ ਅਤੇ ਮੈਂ ਉਸ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਰੱਖਣਾ ਚਾਹੁੰਦਾ ਸੀ। ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਜਲਦੀ ਹੀ ਇੱਕ ਤੂਫਾਨ ਆਉਣ ਵਾਲਾ ਸੀ। ਸੁਰੇਸ਼ ਅੰਕਲ ਦੀ ਨਿਗਾਹ ਮੇਰੀ ਮਾਂ ਤੇ ਪੈ ਚੁੱਕੀ ਸੀ। ਉਹ ਆਪਣੇ ਗੰਦੇ ਇਰਾਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨ ਲੱਗਿਆ। ਉਹ ਬਹਾਨੇ ਦੇ ਨਾਲ ਸਾਡੇ ਘਰ ਆਉਂਦਾ ਤੇ ਮੇਰੀ ਮਾਂ ਵੀ ਉਸ ਦੀਆਂ ਬੁਰੀਆਂ ਨਜ਼ਰਾਂ ਨੂੰ ਸਮਝ ਚੁੱਕੀ ਸੀ। ਇਸ ਕਰਕੇ ਹੀ ਉਹ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ। ਫਿਰ ਇੱਕ ਦਿਨ ਮੈਂ ਤੇ ਪਾਪਾ ਜਦੋਂ ਕਿਸੇ ਕੰਮ ਦੇ ਲਈ ਬਾਹਰ ਗਏ ਹੋਏ ਸਨ ਤਾਂ ਸੁਰੇਸ਼ ਅੰਕਲ ਨੇ ਫਾਇਦਾ ਚੱਕਿਆ ਤੇ ਉਹ ਸਾਡੇ ਘਰ ਦੇ ਵਿੱਚ ਜ਼ਬਰਦਸਤੀ ਵੜ ਗਿਆ ਅਤੇ ਉਹਨੇ ਮੇਰੀ ਮਾਂ ਦੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਸ ਤੋਂ ਪਹਿਲਾਂ ਕਿ ਉਹ ਆਪਣੇ ਘਟੀਆ ਇਰਾਦਿਆਂ ਦੇ ਵਿੱਚ ਕਾਮਯਾਬ ਹੋ ਜਾਂਦਾ, ਮੈਂ ਅਤੇ ਪਾਪਾ ਘਰ ਦੇ ਵਿੱਚ ਆ ਗਏ ਸੀ ਅਤੇ ਜੋ ਨਜ਼ਾਰਾ ਅਸੀਂ ਘਰ ਦੇ ਅੰਦਰ ਦੇਖਿਆ ਉਸ ਨੂੰ ਦੇਖ ਕੇ ਸਾਡੇ ਹੋਸ਼ ਉੱਡ ਗਏ। ਮੇਰੇ ਪਾਪਾ ਨੇ ਜਲਦੀ ਨਾਲ ਸੁਰੇਸ਼ ਅੰਕਲ ਨੂੰ ਮੇਰੀ ਮਾਂ ਤੋਂ ਦੂਰ ਕੀਤਾ ਅਤੇ ਗੁੱਸੇ ਦੇ ਵਿੱਚ ਉਸ ਨੂੰ ਬਹੁਤ ਜ਼ਿਆਦਾ ਕੁੱਟਣ ਲੱਗੇ। ਸੁਰੇਸ਼ ਅੰਕਲ ਨੇ ਕਿਹਾ ਕਿ ਇਹ ਝੂਠ ਹੈ, ਮੈਨੂੰ ਗੁੱਸੇ ਦੇ ਵਿੱਚ ਮਾਰਨ ਦਾ ਕੀ ਫਾਇਦਾ, ਗਲਤੀ ਤੁਹਾਡੀ ਪਤਨੀ ਦੀ ਹੈ, ਇਸੇ ਨੇ ਹੀ ਮੈਨੂੰ
ਮੈਨੂੰ ਘਰ ਦੇ ਵਿੱਚ ਬੁਲਾਇਆ ਸੀ, ਇਹ ਕਹਿ ਕੇ ਕਿ ਘਰ ਦੇ ਵਿੱਚ ਕੋਈ ਨਹੀਂ ਹੈ। ਤੁਹਾਡੀ ਪਤਨੀ ਨੇ ਹੀ ਮੇਰੇ ਤੇ ਗਲਤ ਨਿਗਾਹ ਰੱਖੀ ਹੋਈ ਹੈ। ਮੇਰੇ ਪਿਓ ਨੇ ਸੁਰੇਸ਼ ਦੀਆਂ ਗੱਲਾਂ ਤੇ ਯਕੀਨ ਕਰ ਲਿਆ ਅਤੇ ਮੇਰੀ ਮਾਂ ਨੂੰ ਹੀ ਗਲਤ ਠਹਿਰਾ ਦਿੱਤਾ। ਉਸ ਰਾਤ ਮੇਰੇ ਪਿਓ ਨੇ ਗੁੱਸੇ ਦੇ ਵਿੱਚ ਆ ਕੇ ਮੇਰੀ ਮਾਂ ਨੂੰ ਬਹੁਤ ਕੁੱਟਿਆ। ਮੇਰੀ ਮਾਂ ਸਫਾਈਆਂ ਦਿੰਦੀ ਰਹੀ ਪਰ ਮੇਰੇ ਪਿਓ ਨੇ ਉਸ ਦੀ ਇੱਕ ਵੀ ਗੱਲ ਨਾ ਸੁਣੀ। ਗੁੱਸੇ ਦੇ ਵਿੱਚ ਉਹਨਾਂ ਨੇ ਮੇਰੀ ਮਾਂ ਨੂੰ ਜ਼ੋਰ ਦੀ ਧੱਕਾ ਦਿੱਤਾ ਤੇ ਉਹ ਕੰਧ ਦੇ ਨਾਲ ਜਾ ਕੇ ਵੱਜੀ। ਸੱਟ ਇੰਨੀ ਡੂੰਘੀ ਸੀ ਕਿ ਉਸ ਰਾਤ ਉਹ ਆਪਣੀ ਜਾਨ ਦੀ ਬਾਜੀ ਹਾਰ ਗਈ ਅਤੇ ਜਦੋਂ ਮੇਰੇ ਪਿਤਾ ਨੂੰ ਅਹਿਸਾਸ ਹੋਇਆ ਕਿ ਉਹਨਾਂ ਨੇ ਇਹ ਕੀ ਕਰ ਦਿੱਤਾ ਹੈ ਤਾਂ ਉਹ ਘਬਰਾ ਗਏ। ਉਹ ਬਹੁਤ ਰੋਏ ਪਛਤਾਏ ਪਰ ਉਦੋਂ ਤੱਕ ਸਭ ਕੁਝ ਖਤਮ ਹੋ ਚੁੱਕਿਆ ਸੀ। ਗਲਤੀ ਦੇ ਨਾਲ ਉਹਨਾਂ ਨੇ ਆਪਣਾ ਘਰ ਬਰਬਾਦ ਕਰ ਲਿਆ ਸੀ, ਆਪਣੀ ਹੀ ਪਤਨੀ ਦੀ ਜਾਨ ਲੈ ਲਈ ਸੀ। ਜਦੋਂ ਉਹਨਾਂ ਦਾ ਦਿਮਾਗ ਥੋੜਾ ਸ਼ਾਂਤ ਹੋਇਆ ਤਾਂ ਉਹ ਘਰ ਦੇ ਵਿੱਚੋਂ ਫਰਾਰ ਹੋ ਗਏ। ਉਸ ਰਾਤ ਮੈਂ ਆਪਣੀ ਮਾਂ ਦੇ ਕੋਲ ਬੈਠ ਕੇ ਉੱਚੀ ਉੱਚੀ ਰੋਇਆ ਸੀ। ਮੇਰੀ ਮਾਂ ਨੇ ਮੇਰੀਆਂ ਅੱਖਾਂ ਦੇ ਸਾਹਮਣੇ ਹੀ ਦਮ ਤੋੜ ਦਿੱਤਾ ਸੀ। ਉਸ ਸਮੇਂ ਹੀ ਮੈਂ ਫੈਸਲਾ ਕੀਤਾ ਸੀ ਕਿ ਮੈਂ ਸੁਰੇਸ਼ ਤੋਂ ਬਦਲਾ ਲੈ ਕੇ ਹੀ ਰਹਾਂਗਾ। ਮੇਰੇ ਪਿਓ ਨੂੰ ਪੁਲਿਸ ਨੇ ਫੜ ਲਿਆ ਅਤੇ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਪਰ ਉਹ ਆਪਣਾ ਦਿਮਾਗੀ ਸੰਤੁਲਨ ਗਵਾ ਬੈਠੇ ਸਨ ਅਤੇ ਜੇਲ੍ਹ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ। ਮੈਂ ਅਨਾਥ ਹੋ ਗਿਆ ਸੀ ਪਰ ਮੈਂ ਕਿਸੇ ਵੀ ਹਾਲਤ ਦੇ ਵਿੱਚ ਜਿਉਂਦਾ ਰਹਿਣਾ ਸੀ, ਆਪਣੇ ਆਪ ਨੂੰ ਸੰਭਾਲਣਾ ਸੀ ਅਤੇ ਆਪ ਦਾ ਬਦਲਾ ਲੈਣਾ ਸੀ। ਛੋਟੀ ਜਿਹੀ ਮੈਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਸਨ। ਪਿੰਡ ਦੀ ਜ਼ਮੀਨ ਅਤੇ ਘਰ ਵੇਚ ਕੇ ਮੈਂ ਸ਼ਹਿਰ ਦੇ ਵਿੱਚ ਆ ਗਿਆ ਅਤੇ ਇੱਕ ਪਾਰਟਨਰ ਦੇ ਨਾਲ ਮਿਲ ਕੇ ਆਪਣਾ ਬਿਜ਼ਨਸ ਸ਼ੁਰੂ ਕਰ ਦਿੱਤਾ। ਮੈਂ ਉਸ ਸਮੇਂ ਸਿਰਫ 16 ਸਾਲ ਦਾ ਸੀ ਪਰ ਮੇਰੀ ਸੋਚ ਸਮੇਂ ਤੋਂ ਬਹੁਤ ਅੱਗੇ ਚੱਲਣ ਲੱਗੀ ਸੀ। ਇੰਨੀ ਛੋਟੀ ਜਿਹੀ ਉਮਰ ਦੇ ਵਿੱਚ ਹੀ ਮੈਂ ਆਪਣੇ ਆਪ ਨੂੰ ਸਾਬਿਤ ਕਰ ਦਿੱਤਾ ਸੀ। ਅੱਜ ਮੇਰੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਪਰ ਅਜੇ ਇੱਕ ਚੀਜ਼ ਬਾਕੀ ਸੀ, ਮਾਂ ਦਾ ਬਦਲਾ। ਇਸ ਕਰਕੇ ਮੈਂ ਸੋਚਿਆ ਕਿ ਉਸ ਦੀ ਬੇਟੀ ਦੀ ਇੱਜ਼ਤ ਨੂੰ ਤਾਰ-ਤਾਰ ਕਰਕੇ ਸੁਰੇਸ਼ ਨੂੰ ਨੀਵਾਂ ਦਿਖਾਵਾਂ। ਉਸ ਨੂੰ ਇਹ ਅਹਿਸਾਸ ਦਿਵਾਵਾਂ ਕਿ ਜਦੋਂ ਕਿਸੇ ਦੀ ਇੱਜ਼ਤ ਖੋਹ ਲਈ ਜਾਂਦੀ ਹੈ ਤਾਂ ਕਿਵੇਂ ਮਹਿਸੂਸ ਹੁੰਦਾ ਹੈ। ਮੈਂ ਅੰਸ਼ਿਕਾ ਨੂੰ ਵਿਆਹ ਤੋਂ ਠੀਕ ਇੱਕ ਦਿਨ ਪਹਿਲਾਂ ਚੱਕ ਲਿਆ ਸੀ ਪਰ ਜਦੋਂ ਮੈਂ ਉਸ ਦੇ ਨੇੜੇ ਗਿਆ, ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਦੇਖੇ ਤਾਂ ਮੇਰਾ ਦਿਲ ਤੜਫ ਉੱਠਿਆ। 15 ਸਾਲ ਪਹਿਲਾਂ ਦਾ ਉਹ ਪਿਆਰ ਫਿਰ ਤੋਂ ਜਾਗ ਉੱਠਿਆ। ਮੈਂ ਦੁਬਾਰਾ ਅੰਸ਼ਿਕਾ ਦੇ ਕਮਰੇ ਦੇ ਵਿੱਚ ਨਹੀਂ ਗਿਆ। ਉਸ ਨੂੰ ਮੈਂ 2-3 ਦਿਨਾਂ ਤੱਕ ਕਮਰੇ ਦੇ ਵਿੱਚ ਬੰਦ ਰੱਖਿਆ। ਨੌਕਰਾਣੀ ਉਸ ਨੂੰ ਖਾਣਾ ਦੇ ਰਹੀ ਸੀ। ਮੈਂ ਉਸ ਦੇ ਸਾਹਮਣੇ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਾਬਤ ਕਰਨਾ ਚਾਹੁੰਦਾ ਸੀ। ਤੀਜੇ ਦਿਨ ਨੌਕਰਾਣੀ ਨੇ ਆ ਕੇ ਦੱਸਿਆ ਕਿ ਅੰਸ਼ਿਕਾ ਨੂੰ ਬਹੁਤ ਤੇਜ਼ ਬੁਖਾਰ ਹੈ, ਉਹ ਦਰਦ ਅਤੇ ਬੁਖਾਰ ਦੇ ਨਾਲ ਤੜਫ ਰਹੀ ਹੈ। ਉਸ ਦੀ ਤਕਲੀਫ ਦੇ ਬਾਰੇ ਸੁਣ ਕੇ ਮੇਰਾ ਦਿਲ ਪਰੇਸ਼ਾਨ ਹੋ ਗਿਆ ਸੀ। ਮੈਂ ਕਮਰੇ ਦੇ ਵਿੱਚ ਜਾਣਾ ਚਾਹੁੰਦਾ ਸੀ ਪਰ ਮੈਂ ਆਪਣੇ ਆਪ ਨੂੰ ਰੋਕ ਰਿਹਾ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਦਿਲ ਦੇ ਵਿੱਚ ਉਸ ਦੇ ਲਈ ਕੋਈ ਭਾਵਨਾਵਾਂ ਪੈਦਾ ਹੋਣ ਕਿਉਂਕਿ ਉਹ ਮੈਨੂੰ ਮੇਰੇ ਮਕਸਦ ਤੋਂ ਭੜਕਾ ਸਕਦੀ ਸੀ। ਮੈਂ ਆਪਣੇ ਆਪ ਨੂੰ ਤਿਆਰ ਕਰ ਲਿਆ। ਅੰਸ਼ਿਕਾ ਨੂੰ ਬਰਬਾਦ ਕਰਨ ਦੇ ਲਈ ਮੈਂ ਸੁਰੇਸ਼ ਨੂੰ ਸਬਕ ਸਿਖਾਉਣਾ ਹੀ ਸੀ ਅਤੇ ਅੰਸ਼ਿਕਾ ਹੀ ਜ਼ਰੀਆ ਸੀ। ਮੇਰੇ ਦਿਲ ਦੇ ਵਿੱਚ ਉਸ ਦੇ ਲਈ ਜਜ਼ਬਾਤ ਪੈਦਾ ਹੋਣ ਲੱਗੇ ਸਨ ਤਾਂ ਮੈਂ ਉਸ ਤੋਂ ਕਿਵੇਂ ਬਦਲਾ ਲੈਂਦਾ। ਨੌਕਰਾਣੀ ਮੇਰੇ ਸਾਹਮਣੇ ਖੜੀ ਸੀ ਅਤੇ ਮੇਰੇ ਜਵਾਬ ਦਾ ਇੰਤਜ਼ਾਰ ਕਰ ਰਹੀ ਸੀ। ਮੈਂ ਗੁੱਸੇ ਦੇ ਨਾਲ ਕਿਹਾ ਕਿ ਤੁਸੀਂ ਖੜੇ ਕਿਉਂ ਹੋ? ਜੇਕਰ ਬੁਖਾਰ ਹੈ ਤਾਂ ਹੋਣ ਦਿਓ। ਉਹ ਕੋਈ ਮਹਿਮਾਨ ਨਹੀਂ ਹੈ ਕਿ ਜਿਸ ਦੇ ਲਈ ਮੈਂ ਡਾਕਟਰ ਦੀ ਲਾਈਨ ਲਗਾ ਦਿਆਂ। ਇਹ ਸੁਣ ਕੇ ਨੌਕਰਾਣੀ ਕਿਚਨ ਦੇ ਵਿੱਚ ਚਲੀ ਗਈ ਸੀ ਅਤੇ ਮੈਂ ਬੇਚੈਨੀ ਦੇ ਨਾਲ ਕਮਰੇ ਦੇ ਵਿੱਚ ਘੁੰਮਣ ਲੱਗਿਆ ਪਰ ਪਤਾ ਨਹੀਂ ਕਿਵੇਂ ਮੇਰੇ ਕਦਮ ਖੁਦ ਬ ਖੁਦ ਅੰਸ਼ਿਕਾ ਦੇ ਕਮਰੇ ਦੇ ਵੱਲ ਵਧਣ ਲੱਗੇ। ਮੈਂ ਹੌਲੀ ਜਿਹੀ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਅੰਸ਼ਿਕਾ ਬਿਸਤਰੇ ਤੇ ਪਈ ਸੀ। ਬੁਖਾਰ ਦੇ ਕਾਰਨ ਉਸ ਦਾ ਚਿਹਰਾ ਲਾਲ ਹੋ ਰਿਹਾ ਸੀ। ਮੈਂ ਹੌਲੀ ਜਿਹੀ ਉਸ ਦੇ ਮੱਥੇ ਤੇ ਆਪਣਾ ਹੱਥ ਰੱਖਿਆ ਤਾਂ ਉਸ ਦਾ ਮੱਥਾ ਤਪ ਰਿਹਾ ਸੀ। ਮੈਂ ਘਬਰਾ ਗਿਆ। ਬੁਖਾਰ ਦੇ ਵਿੱਚ ਉਹ ਹੌਲੀ ਹੌਲੀ ਰੋ ਰਹੀ ਸੀ। ਬਿਨਾਂ ਦੇਰੀ ਕੀਤੇ ਮੈਂ ਡਾਕਟਰ ਨੂੰ ਫੋਨ ਕੀਤਾ। ਡਾਕਟਰ ਨੇ ਆ ਕੇ ਦਵਾਈਆਂ ਤੇ ਇੰਜੈਕਸ਼ਨ ਵਗੈਰਾ ਦਿੱਤੇ ਪਰ ਮੈਂ ਉੱਥੇ ਹੀ ਰੁਕਿਆ ਰਿਹਾ। ਮੈਂ ਉਸ ਦੇ ਮੱਥੇ ਤੇ ਪੱਟੀਆਂ ਕਰਨ ਲੱਗਿਆ। ਜੋ ਕੁਝ ਵੀ ਮੈਂ ਕਰ ਰਿਹਾ ਸੀ ਬੇਖਿਆਲੀ ਦੇ ਵਿੱਚ ਕਰ ਰਿਹਾ ਸੀ। ਇਸ ਸਮੇਂ ਬਸ ਮੇਰੇ ਸਾਹਮਣੇ ਅੰਸ਼ਿਕਾ ਦੀ ਤਕਲੀਫ ਸੀ। ਜਦੋਂ ਉਸ ਦਾ ਬੁਖਾਰ ਥੋੜਾ ਘੱਟ ਹੋਇਆ ਤਾਂ ਉਸਨੇ ਹੌਲੀ ਜਿਹੀ ਅੱਖ ਖੋਲੀ। ਮੈਨੂੰ ਦੇਖ ਕੇ ਉਹ ਫਿਰ ਤੋਂ ਡਰ ਗਈ। ਕੰਬਦੀ ਹੋਈ ਆਵਾਜ਼ ਦੇ ਵਿੱਚ ਬੋਲੀ, ਤੁਸੀਂ ਮੇਰੇ ਕੋਲ ਕਿਉਂ ਆਏ ਹੋ? ਦੇਖੋ ਮੇਰੇ ਨਾਲ ਕੁਝ ਗਲਤ ਨਾ ਕਰਿਓ। ਮੈਂ ਹੌਲੀ ਜਿਹੀ ਕਿਹਾ ਕਿ ਚੁੱਪਚਾਪ ਲੇਟੀ ਰਹੋ। ਤੁਹਾਨੂੰ ਬੁਖਾਰ ਹੈ ਅਤੇ ਅਜੇ ਤੁਹਾਨੂੰ ਆਪਣਾ ਦਿਮਾਗ ਚਲਾਉਣ ਦੀ ਜ਼ਰੂਰਤ ਨਹੀਂ ਹੈ। ਮੈਂ ਉਸ ਨੂੰ ਦਵਾਈਆਂ ਦਿੱਤੀਆਂ ਅਤੇ ਜੱਗ ਦੇ ਵਿੱਚੋਂ ਪਾਣੀ ਗਲਾਸ ਦੇ ਵਿੱਚ ਪਾਉਣ ਲੱਗਿਆ। ਉਹ ਮੈਨੂੰ ਧਿਆਨ ਦੇ ਨਾਲ ਦੇਖ ਰਹੀ ਸੀ ਜਿਵੇਂ ਮੈਨੂੰ ਪਹਿਚਾਨਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਫਿਰ ਉਸਨੇ ਅਚਾਨਕ ਪੁੱਛਿਆ ਕਿ ਤੁਸੀਂ ਕੌਣ ਹੋ? ਉਹ ਬੈੱਡ ਤੋਂ ਉੱਠ ਕੇ ਇੱਕਦਮ ਮੇਰੇ ਸਾਹਮਣੇ ਆ ਗਈ ਸੀ। ਮੇਰੇ ਹੱਥੋਂ ਜੱਗ ਤੇ ਗਲਾਸ ਲੈ ਕੇ ਸਾਈਡ ਟੇਬਲ ਤੇ ਰੱਖ ਦਿੱਤਾ। ਉਹ ਮੈਨੂੰ ਧਿਆਨ ਦੇ ਨਾਲ ਦੇਖਣ ਲੱਗੀ। ਸ਼ਾਇਦ ਉਹ ਮੈਨੂੰ ਪਹਿਚਾਨ ਚੁੱਕੀ ਸੀ। ਮੈਂ ਨੀਵੀਂ ਪਾ ਕੇ ਕਿਹਾ ਕਿ ਜੋ ਤੁਸੀਂ ਸੋਚ ਰਹੇ ਹੋ ਮੈਂ ਉਹੀ ਹਾਂ। ਮੇਰੀ ਗੱਲ ਸੁਣ ਕੇ ਉਸਦੇ ਚਿਹਰੇ ਦਾ ਰੰਗ ਉੱਡ ਗਿਆ। ਅਚਾਨਕ ਹੀ ਉਹ ਮੇਰੇ ਗਲ ਲੱਗ ਕੇ ਉੱਚੀ ਉੱਚੀ ਰੋਣ ਲੱਗੀ। ਮੈਂ ਅਚਾਨਕ ਇਸ ਹੋਣ ਵਾਲੀ ਹਰਕਤ ਦੇ ਲਈ ਤਿਆਰ ਨਹੀਂ ਸੀ। ਉਹ ਕਿੰਨੇ ਸਮੇਂ ਤੱਕ ਮੇਰੇ ਨਾਲ ਲਿਪਟੀ ਰਹੀ ਅਤੇ ਮੈਂ ਵੀ ਉਸ ਨੂੰ ਆਪਣੇ ਆਪ ਤੋਂ ਅਲੱਗ ਨਹੀਂ ਕੀਤਾ ਸੀ। ਫਿਰ ਉਹ ਦਰਦ ਭਰੀ ਆਵਾਜ਼ ਦੇ ਵਿੱਚ ਬੋਲੀ, ਸ਼ਵਾਜ ਕਿੱਥੇ ਚਲੇ ਗਏ ਸੀ ਤੁਸੀਂ? ਮੈਂ ਤੁਹਾਨੂੰ ਕਿੰਨਾ ਯਾਦ ਕੀਤਾ। ਤੁਹਾਡੇ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਦਾ ਸੀ। ਤੁਹਾਡੇ ਜਾਣ ਤੋਂ ਬਾਅਦ ਮੇਰੀ ਮਾਂ ਇਸ ਦੁਨੀਆ ਦੇ ਵਿੱਚੋਂ ਚਲੀ ਗਈ। ਪਾਪਾ ਬਹੁਤ ਬੁਰੇ ਸਨ। ਉਹਨਾਂ ਨੇ ਮਾਂ ਨੂੰ ਇੰਨੀਆਂ ਜ਼ਿਆਦਾ ਤਕਲੀਫਾਂ ਦਿੱਤੀਆਂ ਕਿ ਉਹ ਬਿਮਾਰ ਹੋ ਕੇ ਚੱਲ ਵਸੀ। ਤਾਂ ਮਾਂ ਦੇ ਜਾਣ ਤੋਂ ਬਾਅਦ ਪਾਪਾ ਨੇ ਮੇਰੇ ਤੇ ਵੀ ਆਪਣੇ ਜ਼ੁਲਮਾਂ ਦਾ ਪਹਾੜ ਤੋੜ ਦਿੱਤਾ। ਮੈਂ ਬਹੁਤ ਤਕਲੀਫਾਂ
ਝੱਲੀਆਂ ਹਨ। ਸਵਾਜ, ਬਸ ਤੁਹਾਡਾ ਪਿਆਰ ਹੀ ਮੇਰਾ ਸਹਾਰਾ ਸੀ। ਮੈਂ ਹਮੇਸ਼ਾ ਸੋਚਿਆ ਸੀ ਕਿ ਇੱਕ ਦਿਨ ਤੁਸੀਂ ਮੁੜ ਆਓਗੇ ਅਤੇ ਮੈਨੂੰ ਆਪਣੇ ਨਾਲ ਲੈ ਜਾਓਗੇ। ਤੁਸੀਂ ਵਾਅਦਾ ਕੀਤਾ ਸੀ ਨਾ ਕਿ ਤੁਸੀਂ ਮੈਨੂੰ ਕਦੇ ਰੋਣ ਨਹੀਂ ਦਿਓਗੇ, ਪਰ ਫਿਰ ਇੱਕ ਝਟਕੇ ਨਾਲ ਉਹ ਮੇਰੇ ਤੋਂ ਦੂਰ ਹੋ ਗਈ। ਉਸ ਦੀਆਂ ਅੱਖਾਂ ਦੇ ਵਿੱਚ ਅਜੇ ਵੀ ਹੰਝੂ ਸਨ। ਉਹ ਘਬਰਾਈ ਹੋਈ ਆਵਾਜ਼ ਦੇ ਵਿੱਚ ਬੋਲੀ, ਪਰ ਇਹ ਸਭ ਕੁਝ ਕੀ ਹੈ? ਤੁਸੀਂ ਮੈਨੂੰ ਅਗਵਾ ਕਰ ਲਿਆ, ਤੁਸੀਂ ਮੇਰੀ ਇੱਜ਼ਤ ਖਰਾਬ ਕਰਨਾ ਚਾਹੁੰਦੇ ਹੋ। ਆਖਰਕਾਰ ਕਿਉਂ ਤੁਸੀਂ ਮੈਨੂੰ ਤਕਲੀਫ ਦੇਣਾ ਚਾਹੁੰਦੇ ਹੋ? ਕਿਉਂ ਤੁਸੀਂ ਮੇਰੇ ਪਿਓ ਨੂੰ ਬਰਬਾਦ ਕਰਨਾ ਚਾਹੁੰਦੇ ਹੋ? ਮੈਂ ਅੰਸ਼ਿਕਾ ਦੇ ਮੋਢਿਆਂ ਨੂੰ ਫੜਦੇ ਹੋਏ ਕਿਹਾ, ਅੰਸ਼ਿਕਾ, ਤੁਹਾਡਾ ਪਿਓ ਮੇਰੀ ਮਾਂ ਦਾ ਕਾਤਲ ਹੈ। ਬਸ ਇਸੇ ਕਾਰਨ ਹੀ ਮੈਂ ਤੁਹਾਡੇ ਤੋਂ ਬਦਲਾ ਲੈਣਾ ਚਾਹੁੰਦਾ ਸੀ। ਮੈਂ ਉਸ ਨੂੰ ਪੂਰੀ ਕਹਾਣੀ ਸੁਣਾ ਦਿੱਤੀ। ਅੰਸ਼ਿਕਾ ਨੇ ਇਸ ਕਹਾਣੀ ਨੂੰ ਸੁਣ ਕੇ ਇੱਕ ਡੂੰਘਾ ਸਾਹ ਲਿਆ ਅਤੇ ਫਿਰ ਦਰਦ ਭਰੇ ਸ਼ਬਦਾਂ ਦੇ ਵਿੱਚ ਕਿਹਾ, ਸ਼ਵਾਜ, ਤੁਸੀਂ ਮੇਰੇ ਤੋਂ ਬਦਲਾ ਲੈ ਕੇ ਕੀ ਹਾਸਲ ਕਰੋਗੇ? ਮੇਰੇ ਪਿਓ ਨੂੰ ਕੋਈ ਫਰਕ ਨਹੀਂ ਪਵੇਗਾ। ਉਹ ਇੱਕ ਘਟੀਆ ਅਤੇ ਬੇਇੱਜ਼ਤ ਇਨਸਾਨ ਹੈ। ਮੈਨੂੰ ਨੀਵਾਂ ਦਿਖਾ ਕੇ ਤੁਸੀਂ ਉਹਨਾਂ ਨੂੰ ਬੇਇੱਜ਼ਤ ਕਰਨਾ ਚਾਹੁੰਦੇ ਹੋ। ਹਾਲਾਂਕਿ ਉਹਨਾਂ ਨੂੰ ਤਾਂ ਮੇਰੀ ਪਰਵਾਹ ਹੀ ਨਹੀਂ ਹੈ। ਉਸ ਨੂੰ ਕੋਈ ਫਰਕ ਨਹੀਂ ਪਵੇਗਾ। ਉਹ ਮੇਰਾ ਸੌਦਾ ਕਰ ਚੁੱਕਿਆ ਹੈ। ਮੈਨੂੰ ਵੇਚਦੇ ਹੋਏ ਉਸਦੇ ਹੱਥ ਨਹੀਂ ਕੰਬੇ। ਉਸਦੇ ਦਿਲ ਦੇ ਵਿੱਚ ਥੋੜੀ ਜਿਹੀ ਵੀ ਸ਼ਰਮ ਨਹੀਂ ਆਈ। ਜੇਕਰ ਤੁਸੀਂ ਮੇਰੀ ਇੱਜ਼ਤ ਖਰਾਬ ਵੀ ਕਰ ਦਿਓਗੇ ਤਾਂ ਵੀ ਉਸ ਤੇ ਕੋਈ ਅਸਰ ਨਹੀਂ ਹੋਵੇਗਾ। ਉਹ ਬੇਗੈਰਤ ਹੋ ਗਿਆ ਹੈ। ਉਸਨੇ ਮੇਰਾ ਸੌਦਾ ਇੱਕ 50 ਸਾਲ ਦੇ ਆਦਮੀ ਦੇ ਨਾਲ ਕਰ ਦਿੱਤਾ ਹੈ, ਜਿਸ ਦੇ ਬਦਲੇ ਉਸ ਨੂੰ 10 ਲੱਖ ਰੁਪਏ ਮਿਲਣਗੇ। ਮੈਂ ਇਹ ਸਾਲ ਬਹੁਤ ਰੋ ਰੋ ਕੇ ਅਤੇ ਦੁੱਖਾਂ ਦੇ ਵਿੱਚ ਕੱਟੇ ਹਨ, ਸਿਰਫ ਤੁਹਾਡੇ ਸਹਾਰੇ। ਤੇ ਮੈਂ ਹੈਰਾਨੀ ਦੇ ਨਾਲ ਅੰਸ਼ਿਕਾ ਨੂੰ ਦੇਖ ਰਹੀ ਸੀ। ਇਹ ਲੜਕੀ ਤਾਂ ਪਹਿਲਾਂ ਹੀ ਇੰਨੇ ਦੁੱਖਾਂ ਦੇ ਵਿੱਚ ਜ਼ਿੰਦਗੀ ਗੁਜ਼ਾਰ ਰਹੀ ਸੀ ਅਤੇ ਮੈਂ ਉਸ ਨੂੰ ਪਿਛਲੇ 3 ਦਿਨਾਂ ਤੋਂ ਕਿੰਨੀਆਂ ਤਕਲੀਫਾਂ ਦੇ ਵਿੱਚ ਰੱਖਿਆ ਸੀ। ਮੇਰਾ ਦਿਲ ਉਸ ਦੇ ਹੰਝੂ ਦੇਖ ਕੇ ਪਿਘਲਣ ਲੱਗਿਆ ਸੀ। ਮੈਂ ਹੋਰ ਅੰਸ਼ਿਕਾ ਨੂੰ ਰੋਂਦੇ ਹੋਏ ਨਹੀਂ ਦੇਖ ਸਕਦਾ ਸੀ। ਮੈਂ ਕਮਰੇ ਤੋਂ ਬਾਹਰ ਨਿਕਲ ਗਿਆ। ਮੈਂ ਅੰਸ਼ਿਕਾ ਦੇ ਪਿਓ ਨੂੰ ਫੋਨ ਲਗਾਇਆ ਕਿ ਅੰਸ਼ਿਕਾ ਮੇਰੇ ਕੋਲ ਹੈ। ਕੁਝ ਹੀ ਸਮੇਂ ਦੇ ਬਾਅਦ ਅੰਸ਼ਿਕਾ ਦਾ ਪਿਓ ਮੇਰੇ ਕੋਲ ਪਹੁੰਚ ਚੁੱਕਿਆ ਸੀ ਅਤੇ ਜਦੋਂ ਮੈਂ ਉਸ ਨੂੰ ਆਪਣੀ ਪਹਿਚਾਣ ਦੱਸੀ ਤਾਂ ਉਹ ਹੱਕਾ ਬੱਕਾ ਰਹਿ ਗਿਆ। ਕਹਿਣ ਲੱਗਿਆ, ਤੁਹਾਡੀ ਹਿੰਮਤ ਕਿਵੇਂ ਹੋਈ ਮੇਰੀ ਬੇਟੀ ਨੂੰ ਅਗਵਾ ਕਰਨ ਦੀ? ਮੈਂ ਪੁਲਿਸ ਦੇ ਕੋਲ ਜਾਵਾਂਗਾ, ਤੁਹਾਡੇ ਖਿਲਾਫ ਕੰਪਲੇਂਟ ਕਰਾਂਗਾ। ਸੁਰੇਸ਼ ਦੀ ਧਮਕੀ ਸੁਣ ਕੇ ਮੇਰਾ ਖੂਨ ਖੋਲ ਉੱਠਿਆ। 15 ਸਾਲ ਪਹਿਲਾਂ ਦੇ ਨਜ਼ਾਰੇ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮਣ ਲੱਗੇ। ਮੈਂ ਅੱਗੇ ਵੱਧ ਕੇ ਸੁਰੇਸ਼ ਦਾ ਗਲ ਫੜ ਲਿਆ ਅਤੇ ਉਸ ਨੂੰ ਬਹੁਤ ਜ਼ਿਆਦਾ ਕੁੱਟਣਾ ਸ਼ੁਰੂ ਕਰ ਦਿੱਤਾ। ਜੇਕਰ ਅੰਸ਼ਿਕਾ ਵਿੱਚ ਨਾ ਆਉਂਦੀ ਤਾਂ ਸ਼ਾਇਦ ਮੈਂ ਉਸ ਨੂੰ ਜਾਨੋਂ ਮਾਰ ਦਿੰਦਾ। ਸੁਰੇਸ਼ ਨੇ ਆਪਣੀ ਬੇਟੀ ਦਾ ਹੱਥ ਫੜਿਆ ਤੇ ਕਹਿਣ ਲੱਗਿਆ ਕਿ ਮੈਂ ਆਪਣੀ ਬੇਟੀ ਨੂੰ ਲੈ ਕੇ ਜਾ ਰਿਹਾ ਹਾਂ, ਹਿੰਮਤ ਹੈ ਤਾਂ ਰੋਕ ਕੇ ਦਿਖਾਓ। ਇਹ ਕਹਿ ਕੇ ਸੁਰੇਸ਼ ਨੇ ਅੰਸ਼ਿਕਾ ਦਾ ਹੱਥ ਫੜਿਆ ਤੇ ਲੈ ਕੇ ਜਾਣ ਲੱਗਿਆ। ਅੰਸ਼ਿਕਾ ਨੇ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੀ, ਸ਼ਵਾਜ, ਮੈਨੂੰ ਬਚਾ ਲਓ, ਮੈਂ ਆਪਣੇ ਪਿਓ ਦੇ ਨਾਲ ਨਹੀਂ ਜਾਣਾ ਚਾਹੁੰਦੀ। ਇਹ ਫਿਰ ਤੋਂ ਮੇਰਾ ਸੌਦਾ ਉਸ ਬੁੱਢੇ ਪੰਨਾ ਲਾਲ ਦੇ ਨਾਲ ਕਰ ਦੇਵੇਗਾ। ਮੈਂ ਕੁੱਟ-ਕੁੱਟ ਕੇ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ। ਮੈਂ ਮਰ ਜਾਵਾਂਗੀ ਪਰ ਉਸ ਬੁੱਢੇ ਆਦਮੀ ਦੇ ਨਾਲ ਵਿਆਹ ਨਹੀਂ ਕਰਾਂਗੀ। ਅੰਸ਼ਿਕਾ ਰੋ ਰੋ ਕੇ ਮੇਰੇ ਅੱਗੇ ਬੇਨਤੀ ਕਰ ਰਹੀ ਸੀ ਅਤੇ ਮੈਂ ਅੰਸ਼ਿਕਾ ਨੂੰ ਦੂਰ ਜਾਂਦੇ ਹੋਏ ਦੇਖ ਰਿਹਾ ਸੀ, ਜਿਵੇਂ ਕੋਈ ਮੇਰਾ ਦਿਲ ਮੇਰੇ ਸੀਨੇ ਚੋਂ ਕੱਢ ਰਿਹਾ ਸੀ। ਕਿ ਉਸ ਸਮੇਂ ਹੀ ਮੈਂ ਅੱਗੇ ਵੱਧ ਕੇ ਅੰਸ਼ਿਕਾ ਦਾ ਹੱਥ ਫੜ ਲਿਆ ਤੇ ਇੱਕ ਝਟਕੇ ਦੇ ਨਾਲ ਸੁਰੇਸ਼ ਦੇ ਹੱਥੋਂ ਉਸਦਾ ਹੱਥ ਛੁਡਵਾ ਲਿਆ। ਆਪਣੇ ਆਦਮੀਆਂ ਨੂੰ ਕਹਿ ਕੇ ਸੁਰੇਸ਼ ਨੂੰ ਘਰ ਤੋਂ ਬਾਹਰ ਕਢਵਾ ਦਿੱਤਾ। ਉਹ ਚੀਕਦਾ ਹੋਇਆ ਧਮਕੀਆਂ ਦਿੰਦਾ ਬਾਹਰ ਚਲਾ ਗਿਆ। ਮੈਂ ਅੰਸ਼ਿਕਾ ਦੇ ਹੰਝੂ ਸਾਫ਼ ਕੀਤੇ ਅਤੇ ਉਸ ਨੂੰ ਘੁੱਟ ਕੇ ਗਲ ਨਾਲ ਲਾ ਲਿਆ। ਅੰਸ਼ਿਕਾ ਵੀ ਮੇਰੇ ਗਲ ਲੱਗ ਕੇ ਰੋ ਰਹੀ ਸੀ। ਅਗਲੇ ਹੀ ਦਿਨ ਮੈਂ ਵਿਆਹ ਦਾ ਇੰਤਜ਼ਾਮ ਕਰ ਲਿਆ ਸੀ। ਮੈਂ ਅੰਸ਼ਿਕਾ ਦੇ ਨਾਲ ਵਿਆਹ ਕਰਕੇ ਉਸਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਤੇ ਰੰਗ ਭਰਨਾ ਚਾਹੁੰਦਾ ਸੀ ਅਤੇ ਅੱਜ ਅੰਸ਼ਿਕਾ ਮੇਰੇ ਕਮਰੇ ਦੇ ਵਿੱਚ ਮੇਰੀ ਦੁਲਹਨ ਬਣ ਕੇ ਬੈਠੀ ਸੀ। ਮੇਰੇ ਦਿਲ ਦੇ ਵਿੱਚੋਂ ਸਾਰੇ ਦੁੱਖ ਅਤੇ ਬਦਲੇ ਦੀ ਅੱਗ ਖਤਮ ਹੋ ਚੁੱਕੀ ਸੀ। ਹੁਣ ਸਿਰਫ ਤੇ ਸਿਰਫ ਅੰਸ਼ਿਕਾ ਦਾ ਪਿਆਰ ਸੀ। ਅੰਸ਼ਿਕਾ ਦੇ ਪਿਆਰ ਨੇ ਮੈਨੂੰ ਅੰਦਰੋਂ ਸਕੂਨ ਨਾਲ ਭਰ ਦਿੱਤਾ ਸੀ ਅਤੇ ਮੈਂ ਸਭ ਕੁਝ ਭੁੱਲ ਗਿਆ ਸੀ। ਮੈਂ ਜਦੋਂ ਅੰਸ਼ਿਕਾ ਨੂੰ ਮੂੰਹ ਦਿਖਾਈ ਦੀ ਅੰਗੂਠੀ ਪਾਈ ਤਾਂ ਉਹ ਮੇਰੇ ਗਲ ਦੇ ਨਾਲ ਲੱਗ ਗਈ। ਕਹਿਣ ਲੱਗੀ, ਸ਼ਵਾਜ, ਮੈਨੂੰ ਛੱਡ ਕੇ ਨਾ ਜਾਇਓ। ਮੈਂ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਦੇਖੇ ਹਨ। ਹੁਣ ਮੈਂ ਹੋਰ ਕੋਈ ਦੁੱਖ ਜ਼ਿੰਦਗੀ ਦੇ ਵਿੱਚ ਨਹੀਂ ਚੱਲ ਸਕਦੀ। ਮੈਂ ਅੰਸ਼ਿਕਾ ਦੇ ਨਾਲ ਵਾਅਦਾ ਕੀਤਾ ਕਿ ਅੰਸ਼ਿਕਾ, ਜੋ ਵਾਅਦਾ ਮੈਂ ਬਚਪਨ ਦੇ ਵਿੱਚ ਕੀਤਾ ਸੀ ਉਹ ਵਾਅਦਾ ਮੈਂ ਤੁਹਾਡੇ ਨਾਲ ਫਿਰ ਤੋਂ ਕਰਦਾ ਹਾਂ। ਤੁਹਾਨੂੰ ਕੋਈ ਦੁੱਖ ਨਹੀਂ ਆਉਣ ਦਿਆਂਗਾ। ਇਹ ਕਹਿ ਕੇ ਮੈਂ ਅੰਸ਼ਿਕਾ ਦੇ ਮੱਥੇ ਨੂੰ ਚੁੰਮ ਲਿਆ ਸੀ। ਅੰਸ਼ਿਕਾ ਨੇ ਖੁਸ਼ੀ-ਖੁਸ਼ੀ ਆਪਣੇ ਆਪ ਨੂੰ ਮੈਨੂੰ ਸੌਂਪ ਦਿੱਤਾ ਸੀ ਤੇ ਮੈਨੂੰ ਦੁਨੀਆ ਭਰ ਦੀਆਂ ਖੁਸ਼ੀਆਂ ਮਿਲ ਗਈਆਂ ਸਨ। ਤਾਂ ਦੋਸਤੋ, ਅੱਜ ਦੀ ਸਾਡੀ ਇਹ ਕਹਾਣੀ ਸੀ। ਤੁਹਾਨੂੰ ਇਹ ਕਿਵੇਂ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।